ਉਹਨੇ ਪਹਿਲੇ ਨੂੰ ਕਿਹਾ ਕਿ ਭਾਈ ਮੈਂ ਤੈਨੂੰ 5 ਤੋੜੇ ਦਿੱਤੇ, ਕੀ ਕੀਤਾ? ਉਹਨੇ ਕਿਹਾ ਕਿ ਦੇਖੋ ਸਵਾਮੀ ਜੀ, ਤੁਸੀਂ ਮੈਨੂੰ 5 ਦਿੱਤੇ, ਮੈਂ ਉਹਦੇ ਨਾਲ ਵਪਾਰ ਕੀਤਾ, ਕਾਰੋਬਾਰ ਕੀਤਾ, ਮੈਂ 5 ਹੋਰ ਕਮਾ ਲਏ। ਉਹ ਮਾਲਕ ਖੁਸ਼ ਹੋ ਗਿਆ ਕਿ ਸ਼ਾਬਾਸ਼, ਤੈਨੂੰ ਮੈਂ 5 ਦਿੱਤੇ ਆ ਤੇ ਤੂੰ ਮਿਹਨਤ ਕੀਤੀ, ਕਾਰੋਬਾਰ ਕੀਤਾ, ਉਹਨੂੰ 10 ਕਰ ਦਿੱਤੇ, ਵੈਰੀ ਗੁੱਡ। ਦੂਸਰੇ ਦੇ ਕੋਲ ਉਹਨੇ ਕਿਹਾ ਕਿ ਤੁਸੀਂ ਮੈਨੂੰ ਸਵਾਮੀ ਜੀ 2 ਤੋੜੇ ਦਿੱਤੇ, ਮੈਂ ਵੀ ਕੰਮ ਕੀਤਾ, ਮਿਹਨਤ ਕੀਤੀ, ਔਰ ਦੇਖੋ ਮੈਂ 2 ਦੇ 4 ਕਰ ਦਿੱਤੇ। ਮਾਲਕ ਖੁਸ਼ ਹੋ ਗਿਆ, ਬਹੁਤ ਵਧੀਆ, ਤੂੰ ਥੋੜੇ ਦੇ ਵਿੱਚ ਵੀ ਵਫਾਦਾਰ ਰਿਹਾ ਤੂੰ। ਉਹਨੇ ਕਿਹਾ ਮੈਂ ਤੈਨੂੰ ਹੋਰ ਵੀ ਵੱਧ ਦੇਵਾਂਗਾ, ਕਿਉਂਕਿ ਤੂੰ ਮੇਰੇ ਇੰਨੇ ਕੰਮ ਦੇ ਵਿੱਚ ਤੂੰ ਵਫਾਦਾਰੀ ਦਿਖਾਈ ਹੈ ਨਾ, ਹੁਣ ਅਗਲੀ ਵਾਰੀ ਮੈਂ ਜਦੋਂ ਜਾਊਂਗਾ ਤੈਨੂੰ ਵੱਧ ਦੇ ਕੇ ਜਾਊਂਗਾ। ਫਿਰ ਤੀਸਰਾ ਆਇਆ, ਤੀਸਰਾ ਕਹਿੰਦਾ ਕਿ ਮੈਂ ਜਿਹੜਾ ਤੁਸੀਂ ਮੈਨੂੰ 1 ਤੋੜਾ ਦੇ ਕੇ ਗਏ ਸੀਗੇ, ਮੈਂ ਉਹਦੇ ਨਾਲ ਕੀ ਕਰਦਾ, ਮੈਂ ਕਿੰਨਾ ਕੀ ਕਰਦਾ, ਮੈਂ ਇਸ ਕਰਕੇ ਮੈਂ ਉਹਨਾਂ ਨੂੰ ਲਿਆ, ਮਿੱਟੀ ਕੀਤੀ, ਮਿੱਟੀ ਵਿੱਚ ਦਫਨਾ ਦਿੱਤਾ, ਹੁਣ ਤੁਸੀਂ ਆਏ ਆ, ਕੱਢ ਲਿਆਂਦਾ, ਆ ਲੈ ਲਓ। ਉਹ ਮਾਲਕ ਨਾਰਾਜ਼ ਹੋ ਗਿਆ। ਉਹ ਮਾਲਕ ਨੇ ਕਿਹਾ ਕਿ ਜੇ ਤੂੰ 1 ਤੋੜੇ ਨਾਲ ਨਹੀਂ ਸੀ ਕਾਰੋਬਾਰ ਕਰਨਾ ਚਾਹੁੰਦਾ, ਤੂੰ ਨਹੀਂ ਸੀ ਕਰਨਾ, ਤੇਰਾ ਮਨ ਕਰਦਾ, ਤੂੰ ਮਿੱਟੀ 'ਚ ਕਿਉਂ ਦਫਨਾਇਆ? ਘੱਟੋ ਘੱਟ ਉਸ ਪੈਸੇ ਨੂੰ ਕਿਸੇ ਨੂੰ ਵਿਆਜ ਤੇ ਦੇ ਦਿੰਦਾ, ਮੈਂ ਆਉਂਦਾ, ਮੈਂ ਉਹਦੇ ਕੋਲ ਛੁਡਾ ਲੈਂਦਾ, ਕੁਝ ਨਾ ਕੁਝ ਤੇ ਪ੍ਰੋਫਿਟ ਹੋਣ ਦਾ। ਪਰ ਤੂੰ ਤੇ ਆਲਸ ਕੀਤਾ ਹੈ ਨਾ, ਤੂੰ ਆਲਸੀਆ ਵਾਂਗੂ ਪਿਆ ਰਿਹਾ ਔਰ ਉਹਨੂੰ ਤੂੰ ਦਫਨਾ ਦਿੱਤਾ। ਉਹਨੇ ਆਪਣੇ ਦੂਸਰੇ ਨੌਕਰਾਂ ਨੂੰ ਕਿਹਾ ਇਹਦਾ 1 ਤੋੜਾ ਲਓ ਤੇ ਜਿੰਨੇ ਕਮਾਇਆ ਉਹਨਾਂ ਨੂੰ ਦੇ ਦਿਓ, ਔਰ ਇਹਨੂੰ ਜਿਹਨੇ ਆਲਸ ਕੀਤਾ ਵਾ, ਇਹਨੂੰ ਬੰਨੋ ਔਰ ਇਹਨੂੰ ਬਾਹਰ ਦੇ ਕੋਰ ਦੇ ਵਿੱਚ ਸੁੱਟ ਦਿਓ, ਕਿਉਂਕਿ ਇਹ ਬੰਦਾ ਮੇਰੇ ਤੇ ਵੀ ਇਲਜ਼ਾਮ ਲਗਾ ਰਿਹਾ ਵਾ ਕਿ ਤੁਸੀਂ ਉਹਨੂੰ 5 ਦੇਤੇ, ਉਹਨੂੰ 2 ਤੇ ਮੈਨੂੰ 1 ਦਿੱਤਾ, ਮੈਂ ਕੀ ਕਰਦਾ 1 ਨਾਲ? ਤੁਸੀਂ ਹੈ ਹੀ ਬੜੇ ਕਰ ਰਹੇ ਵਿਅਕਤੀ ਹੈ ਨਾ, ਤੁਸੀਂ ਮੈਨੂੰ 1 ਤੋੜਾ ਦੇ ਦਿੱਤਾ, ਤੁਸੀਂ ਕੋਈ ਸਹੀ ਕੰਮ ਨਹੀਂ ਕੀਤਾ ਹੈਗਾ। ਉਸ ਮਾਲਕ ਨੇ ਉਹਨੇ ਕਿਹਾ ਇਹਨੂੰ ਬੰਨੋ, ਇਹਦਾ ਤੋੜਾ ਲੈ ਕੇ ਦੂਸਰੇ ਨੂੰ ਦਿਓ ਔਰ ਇਹਨੂੰ ਬਾਹਰ ਸੁੱਟ ਦਿੱਤਾ ਜਾਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਅੱਜ ਹਰੇਕ ਦੇ ਲਈ ਆਪਾਂ ਯਿਸੂ ਮਸੀਹ ਦੇ ਕੋਲ ਆਏ ਨਾ, ਪਰਮੇਸ਼ਰ ਦੇ ਕੋਲ ਆਏ, ਹਰੇਕ ਦੇ ਲਈ ਸਾਡੇ ਕੋਲ ਜ਼ਿੰਮੇਵਾਰੀ ਆ, ਠੀਕ ਹੈ ਨਾ। ਤੁਹਾਨੂੰ ਵੀ ਕਿਸੇ ਤਰੀਕੇ ਨਾਲ ਖੁਦਾ ਨੇ ਤੋੜਾ ਦਿੱਤਾ, ਕੋਈ ਬਲੈਸਿੰਗ ਦਿੱਤੀ, ਕੋਈ ਹੀਲਿੰਗ ਦਿੱਤੀ, ਤੁਹਾਨੂੰ ਵੀ ਦਿੱਤਾ, ਕੋਈ ਬਲੈਸਿੰਗ ਹੀਲਿੰਗ ਦਿੱਤੀ, ਤੁਹਾਨੂੰ ਵੀ ਤੁਹਾਨੂੰ ਸਾਨੂੰ ਕੁਝ ਖੁਦਾਵੰਦ ਨੇ ਦਿੱਤਾ। ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਅਸੀਂ ਉਹਦੇ ਦਿੱਤੇ ਦੀ ਕਦਰ ਕੀਤੀ? ਕੀ ਅਸੀਂ ਉਹਦੇ ਦਿੱਤੇ ਦੀ ਕਦਰ ਕੀਤੀ ਕਿ ਉਹਨੂੰ ਦਫਨਾ ਦਿੱਤਾ? ਉਹਨੂੰ ਨਾ ਆਪਾਂ ਕੀ ਕੀਤਾ ਉਹਦਾ? ਅੱਜ ਖੁਦਾ ਨੇ ਸਾਨੂੰ ਆਪਣੇ ਕੋਲ ਬੁਲਾਇਆ, ਸਾਨੂੰ ਪਰਮੇਸ਼ਰ ਨੇ ਆਪਣੇ ਕੋਲ ਬੁਲਾਇਆ, ਔਰ ਇਹ ਬਹੁਤ ਵੱਡੀ ਸਾਡੇ ਤੇ ਕਿਰਪਾ ਵਾ, ਬਹੁਤ ਵੱਡੀ, ਦੁਨੀਆ ਦੀ ਸਭ ਤੋਂ ਵੱਡੀ ਕਿਰਪਾ ਹੋਈ ਆ। ਖੁਦਾ ਪਰਮੇਸ਼ਰ ਜਿਹਨੇ ਦੁਨੀਆ ਨੂੰ ਪੂਰੀ ਨੂੰ ਬਣਾਇਆ, ਆਪਣੇ ਕੋਲ ਕਿਸੇ ਨੂੰ ਬੁਲਾ ਲਵੇ ਤੇ ਆਪਣਾ ਕੰਮ ਉਹਨੂੰ ਸੌਂਪ ਦੇਵੇ। ਅੱਜ ਤੁਹਾਨੂੰ ਮੈਨੂੰ ਖੁਦਾ ਨੇ ਆਪਣਾ ਕੰਮ ਸੌਂਪਿਆ, ਪਰ ਅਸੀਂ ਉਸ ਵਿਅਕਤੀ ਵਰਗੇ ਨਹੀਂ ਬਣਨਾ ਜਿਹਨੇ ਹੀਲਿੰਗ ਪ੍ਰਾਪਤ ਕੀਤੀ, ਬਰਕਤ ਪ੍ਰਾਪਤ ਕੀਤੀ, ਛੁਟਕਾਰਾ ਪ੍ਰਾਪਤ ਕੀਤਾ, ਚੰਗਾਈ ਪ੍ਰਾਪਤ ਕੀਤੀ, ਮਰਨ ਦੇ ਕਿਨਾਰੇ ਸੀ, ਬਿਮਾਰੀ ਵਿੱਚ ਸੀ, ਪ੍ਰਭੂ ਨੇ ਚੰਗਾ ਕੀਤਾ। ਪਰ ਪ੍ਰਭੂ ਪੁੱਛਦਾ ਉਸ ਤੋਂ ਬਾਅਦ ਤੂੰ ਕੀ ਕੀਤਾ ਹੈ ਨਾ? ਮੈਂ ਤੇਰੇ ਲਈ ਉਹ ਕੰਮ ਕੀਤਾ, ਤੂੰ ਕੀ ਕੀਤਾ? ਜੋ ਮੈਂ ਤੈਨੂੰ ਦਿੱਤਾ, ਚਾਹੇ ਉਹ ਚੰਗਾਈ, ਚਾਹੇ ਛੁਟਕਾਰਾ, ਉਹਦੇ ਨਾਲ ਤੂੰ ਹੋਰ ਕਿੰਨੀਆਂ ਰੂਹਾਂ ਨੂੰ ਲੈ ਕੇ ਆਇਆ ਪ੍ਰਭੂ ਦੇ ਰਾਜ ਵਿੱਚ? ਉਹਦੇ ਨਾਲ ਤੂੰ ਕਿੰਨਾ ਪ੍ਰਭੂ ਦਾ ਰਾਜ ਫੈਲਾਇਆ? ਉਹ ਪ੍ਰਾਪਤ ਕਰਨ ਤੋਂ ਬਾਅਦ ਪ੍ਰਭੂ ਦੇ ਰਾਜ ਦੇ ਵਿੱਚ ਤੇਰਾ ਕੀ ਤੇਰਾ ਯੋਗਦਾਨ ਸੀਗਾ? ਪਰਮੇਸ਼ਰ ਦੇ ਕੰਮ ਦੇ ਵਿੱਚ ਤੇਰਾ ਕੀ ਯੋਗਦਾਨ ਸੀਗਾ? ਤੇ ਜੇ ਤਾਂ ਕੋਈ ਕੀਤਾ ਹੋਊਗਾ, ਕਹਾਂਗੇ ਪ੍ਰਭੂ ਤੁਸੀਂ ਆਹ ਕੀਤਾ, ਮੈਂ ਦੇਖੋ ਉਸ ਤੋਂ ਬਾਅਦ ਮੈਂ ਵੀ ਆਹ ਕੰਮ ਕੀਤਾ। ਤੇ ਜੇ ਨਹੀਂ ਹੋਊਗਾ ਤੇ ਫਿਰ ਕੀ ਕਹਾਂਗੇ ਅਸੀਂ? ਫਿਰ ਕੀ ਕਹਾਂਗੇ ਅਸੀਂ, ਹੈ ਨਾ? ਅੱਜ ਜ਼ਿਆਦਾਤਰ ਅਗਰ ਬਾਈਬਲ ਤੁਸੀਂ ਪੜ੍ਹੋ ਤਾਂ ਯਿਸੂ ਮਸੀਹ ਨੇ ਚੇਲੇ ਚੁਣੇ ਕਿ ਚੇਲੀਆਂ ਚੁਣੀਆਂ? ਦੱਸੋ ਕੀ ਚੁਣੇ?
चेले चुने, चेलियां तो नहीं चुनिया। अज अगर इस मिनिस्ट्री दे विच देखिए तो इत्थे कौन काम कर रहे, चेले कि चेलियां? चेलियां, चेले नहीं। हर अगर मिनिस्ट्री दे विच किसी की काउंसलिंग की ड्यूटी आ, किसी की कोई ड्यूटी आ, किसी की प्रेयर की आ, किसी की फास्टिंग की, चेलियां। फिर आपां की साडा की रोल है इत्थे फिर, है ना? इहदा मतलब कि असी जेंट्स लोग फेल आपां, है ना? इहदा मतलब यही आ कि यार लेडीज़ अंदर ही बुद्धि ज़्यादा वा रब दे काम करन दी, साडे अंदर बुद्धि है नहीं। लेडीज़ दे अंदर समझ ज़्यादा वा, साडे अंदर समझ है नहीं। लेडीज़ मेहनती, साडे अंदर मेहनती है नहीं। लेडीज़ पास आ ते आपां फेलियर, आपां फेल होए कि खुदावन नूं अपना चेहरा दिखावांगे आपां। बाइबल देखो, बाइबल पढ़ो तुसी। परमेश्वर ने औरत नूं बंदा नहीं दिता, बंदे ने औरत दिती। मुख स्थान बंदे दा रखिया कि प्रभु ने नहीं कहा कि औरत लई मैं बंदा बनाउंदा वां कि इहदे नाल रिहा करे, इहदे साथ देवे, इहदी हैल्प करे। पर कहा नहीं, मैं बंदे दे लई औरत बनाउंदा वां, इहदी सहायता करया करे। पर अज आपां देखदे हां, अज खुदावन सानूं अपने कोल बुला के लैके आया। अज असीं की करन डे आ, है ना? अज साडा की रोल आ? अज जिस सेवकाई दे विच खुदावन ने सानूं ब्लैस कीता, उत्थे आपां फर्ज किहड़ा निभा रहे हां? किहड़ी असीं अपनी ड्यूटी नूं लिया होया वा? किहड़े कम्मां नूं असीं लिया होया वा? अज देखदे हां ते हुणे तुसीं क्या, यीशु मसीह ने चेले चुने, चेलियां नहीं चुनियां। जानी कि लेडीज़ां भी सी जो खुदा दे काम करदियां सी, पर मुख तौर ते यीशु मसीह ने चेले चुने। इहदा मतलब भला की आ कि असीं फेलियर आ। कि असीं फेलियर आ। असीं आलसी आ, असीं लापरवाह आ। और खुदावन सानूं जबरदस्ती काम नहीं देगा, ये साडी चोण आ। खुदावन सानूं अपने कोल बुलाऊगा, सानूं अपना काम दसूगा, हुण करना जां नहीं करना ये तुहाडा फैसला वा। अज भी अगर अज भी देखो असीं इस मिनिस्ट्री दे विच सिर्फ कली प्रेयर नहीं हुंदी। मिनिस्ट्री हर पासों कंप्लीट करनी हुंदी। मिनिस्ट्री का जिहड़ा नाम है ना, मिनिस्ट्री का नाम है हर पासों काम, कला प्रेयर ते नहीं। उहदे लई फास्टिंग जरूरी, काउंसलिंग जरूरी, बाहर प्रचार करना जरूरी, पंपलेट लाने जरूरी, पोस्टर लाने जरूरी। मतलब उस मिनिस्ट्री दे विच कल्ली सिर्फ प्रेयर ही नहीं, उन्होंने असीं सिर्फ आत्मिक रीति नाल ही सपोर्ट नहीं कर सकते, उन्होंने असीं फाइनैंशली भी सपोर्ट करनी होएगी, उन्होंने असीं फिजिकली भी सपोर्ट करनी होएगी। आत्मिक मतलब प्रार्थना करन द्वारा, फास्टिंग करने द्वारा। फिजिकल मतलब शरीर के द्वारा, जिथे शरीर ने काम करना उत्थे शरीर ने आपां जरूरत उन्होंने शरीर नूं लगाउणा होगा। और फाइनैंशली मतलब पैसे के द्वारा, जिथे फिर पैसा लगना वा उत्थे पैसा लगना वा। खुदा दे राज दे विच सानू स्पिरिचुअली आत्मिक तौर पर भी यूज होना, ते फिजिकल सरीरक तौर पर भी यूज होना, ते फाइनैंशली आर्थिक तौर पर भी यूज होना। खुदा दा राज भाई जी अपने सारे तन मन ते धन दे नाल प्रभु दी कर सेवा कर। सानू अपने मन दे नाल, साडा मन तैयार होना चाहिए। जे तुहाडा अज मन तैयार नहीं हैगा, इहदा मतलब तुसीं अज भी प्रभु दे राज दे विच नहीं आ। अगर तुसीं प्रभु दा आत्मा तुहानू अगवाई नहीं कर रहा किसी काम नूं, इहदा मतलब तुहाडा अज तक प्रभु दे नाल रिश्ता कोई नहीं आ। बाइबल कहंदी सारे मन दे नाल, अपने तन अपने शरीर दे नाल और अपने पैसे नाल प्रभु दी की कर सेवा कर। क्योंकि जिथे मन चाहिए, आत्मा चाहिए, उत्थे आत्मिक काम कि चलो फास्टिंग करने, प्रेयर करते इस काम लई। पर सिर्फ की मैं पूछना चाहिए कि आपां मन मतलब स्पिरिचुअल तौर पर है प्रभु के काम दे विच कि हैगे आ। जिथे जरूरत पैंदी प्रेयर की, उत्थे प्रेयर दे लई आपां भी टेकदे घुटने, जिथे फास्टिंग उत्थे करदे असीं भी फास्टिंग। कि हैगे असीं रिंकू हैगे कि हैगे असीं नहीं हैगे। फिर जिथे मन तन मतलब शरीर, जिथे शरीर की जरूरत पैंदी आ, अपने शरीर दे नाल भी प्रभु का राज फैलाउणा। कि असीं अपने शरीर दे नाल भी प्रभु के राज विच काम कर रहे हैं? नहीं।
ਜਿੱਥੇ ਪੈਸਾ, ਕੀ ਅਸੀਂ ਆਪਣੇ ਪੈਸੇ ਨਾਲ ਪ੍ਰਭੂ ਦਾ ਰਾਜ ਫੈਲਾ ਰਹੇ ਹਾਂ? ਨਹੀਂ। ਫਿਰ ਕੀ ਰੋਲ ਆ ਇਹਦਾ? ਮਤਲਬ ਅਸੀਂ ਉਸ ਵਿਅਕਤੀ ਵਰਗੇ ਠਹਿਰੇ ਜਿਹਨੂੰ ਖੁਦਾਵੰ ਨੇ ਇੱਕ ਤੋੜਾ ਦਿੱਤਾ ਪਰ ਉਹਨੇ ਦਫਨਾ ਦਿੱਤਾ। ਉਹਨੇ ਪ੍ਰਭੂ ਦੇ ਰਾਜ ਦੇ ਵਿੱਚ ਕੰਮ ਕਰਨਾ ਚਾਹਿਆ ਹੀ ਨਹੀਂ, ਹੈ ਨਾ। ਬਾਈਬਲ ਦੇ ਵਿੱਚ ਇੱਕ ਵਰਡ ਆ, ਪਰਮੇਸ਼ਰ ਨੇ ਕਿਹਾ, ਬਾਈਬਲ 'ਚ ਲਿਖਿਆ ਭਜਨ ਸੰਹਿਤਾ ਉਹਦੇ 91 ਅਧਿਆਇ ਦੇ ਵਿੱਚ, ਕਿ ਉਸਨੇ ਜੋ ਮੁझसे ਪਿਆਰ किया मैं उसको छुड़ाऊंगा। ਅੱਜ ਜਿਹੜੀ ਅਸਲੀ ਛੁਟਕਾਰਾ ਵਾ ਨਾ, ਅਸਲੀ ਛੁਟਕਾਰਾ ਜਦੋਂ ਸਾਨੂੰ ਮਿਲਦਾ, ਚਾਹੇ ਉਹ ਫਿਜ਼ੀਕਲੀ, ਸਪਿਰਿਚੁਅਲੀ, ਫਾਈਨੈਂਸ਼ਲੀ, ਫੈਮਿਲੀ ਤੌਰ 'ਤੇ, ਉਹ ਮਿਲਦਾ ਜਦੋਂ ਅਸੀਂ ਖੁਦਾ ਨੂੰ ਇੱਥੋਂ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ, ਹੈ ਨਾ। ਜਦੋਂ ਅਸੀਂ ਇੱਥੋਂ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅੱਜ ਪਾਸਟਰ ਇੱਕ ਰੱਬ ਦੇ ਦਾਸ ਨੂੰ ਵੀ ਪਤਾ ਹੁੰਦਾ ਕਿ ਕਿਹੜਾ ਬੰਦਾ ਬਸ ਆਪਣਾ ਮਤਲਬ ਕੱਢ ਰਿਹਾ, ਭਾਈ ਇਹਨੂੰ ਸਿਰਫ ਮਤਲਬ ਬਣਾ ਲਾ, ਹੈ ਨਾ। ਇਹਨੂੰ ਆਪਣੀ ਚੰਗਿਆਈ ਨਾਲ, ਆਪਣੀ ਬਰਕਤ ਨਾਲ, ਇਹਨੂੰ ਪ੍ਰਭੂ ਦੇ ਨਾਲ ਕੋਈ ਮਤਲਬ ਨਹੀਂ ਹੈਗਾ, ਪ੍ਰਭੂ ਦੇ ਕੰਮਾਂ ਨਾਲ ਕੋਈ ਮਤਲਬ ਨਹੀਂ ਹੈਗਾ, ਪ੍ਰਭੂ ਦਾ ਰਾਜ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਜੇ ਇੱਕ ਪਾਸਟਰ ਨੂੰ ਪਤਾ, ਕਲੀਸਿਆ ਦੇ ਵੀ ਕਈ ਮੈਂਬਰਾਂ ਨੂੰ ਪਤਾ, ਫਿਰ ਕੀ ਰੱਬ ਨੂੰ ਨਹੀਂ ਪਤਾ ਜਿਹਨੇ ਸਾਰੀ ਦੁਨੀਆ ਨੂੰ ਬਣਾਇਆ? ਇਸੇ ਕਰਕੇ ਲੋਕਾਂ ਦੀ ਲਾਈਫ ਦੇ ਵਿੱਚ ਕਈ ਵਾਰੀ ਛੁਟਕਾਰਾ ਰੁਕਦਾ ਵਾ, ਚੰਗਿਆਈ ਰੁਕਦੀ ਆ, ਬਰਕਤ ਰੁਕਦੀ ਆ। ਕਿਉਂ? ਕਿਉਂਕਿ ਉਹ ਸਿਰਫ ਯੂਜ਼ ਕਰ ਰਿਹਾ ਖੁਦਾ ਨੂੰ, ਜਾਂ ਰੱਬ ਦੇ ਦਾਸ ਨੂੰ ਯੂਜ਼ ਕਰ ਰਿਹਾ। ਅਗਰ ਦੇਖੋ ਤੇ ਖੁਦਾ ਨੇ ਰੱਖਿਆ ਸਭ ਲੋਕਾਂ ਦੇ ਲਈ ਆ, ਪਰ ਪਰਮੇਸ਼ਰ ਇਹ ਨਹੀਂ ਚਾਹੁੰਦਾ ਕਿ ਲੋਕ ਸਿਰਫ ਉਹਨੂੰ ਯੂਜ਼ ਕਰਨ ਵਾਲੇ ਬਣਨ। ਪਰਮੇਸ਼ਰ ਵੀ ਚਾਹੁੰਦਾ ਕਿ ਲੋਕ ਉਹਨੂੰ ਪਿਆਰ ਕਰਨ, ਕਿਉਂਕਿ ਸਾਡੀ ਅਸਲੀ ਬਰਕਤ ਪਹਿਲਾਂ ਕਿਦੋਂ ਆਉਂਦੀ ਹੈ? ਜਦੋਂ ਅਸੀਂ ਪ੍ਰਭੂ ਨੂੰ ਪਿਆਰ ਕਰਦੇ ਹਾਂ। ਤੇ ਪਿਆਰ ਸਿਰਫ ਇਹ ਮੂੰਹ ਵਾਲਾ ਨਹੀਂ, ਪਿਆਰ ਸਿਰਫ ਗੱਲਾਂ ਵਾਲਾ ਨਹੀਂ, ਪਿਆਰ ਜਦੋਂ ਅਸੀਂ ਮਨ ਤੋਂ, ਤਨ ਤੋਂ, ਮਨ ਤੋਂ ਤੇ ਧਨ ਤੋਂ ਜਦੋਂ ਅਸੀਂ ਪਿਆਰ ਕਰਦੇ ਹਾਂ, ਖੁਦਾਵੰਦ ਸੱਚਮੁੱਚ ਅਸਲੀ ਛੁਟਕਾਰਾ ਵੀ ਸਾਡੀ ਲਾਈਫ ਦੇ ਵਿੱਚ ਉਦੋਂ ਆਉਣਾ ਸ਼ੁਰੂ ਹੋ ਜਾਂਦਾ। ਉਹ ਛੁਟਕਾਰਾ ਚਾਹੇ ਸਾਡੇ ਕਾਰੋਬਾਰ ਤੇ ਆ, ਉਹ ਛੁਟਕਾਰਾ ਚਾਹੇ ਸਾਡੀ ਫਾਈਨੈਂਸ ਲਾਈਫ 'ਚ ਆਏ, ਸਾਡੀ ਸਪਿਰਿਚੁਅਲ ਲਾਈਫ, ਸਾਡੀ ਫਿਜ਼ੀਕਲ ਲਾਈਫ। ਅੱਜ ਵੀ ਲੋਕ ਆਉਂਦੇ ਆਪਣੇ ਕੰਮ ਲਈ ਪ੍ਰੇਅਰ ਕਰਾਉਂਦੇ, ਉਹਨਾਂ ਛੁਟਕਾਰਾ ਆਉਂਦਾ, ਉਹ ਤੋਂ ਜ਼ਿਆਦਾ ਨਹੀਂ। ਪਰ ਅਗਰ ਆਪਾਂ ਚਾਹੁੰਦੇ ਹਾਂ ਕਿ ਅਸੀਂ ਹਮੇਸ਼ਾ ਪੂਰੀ ਤਰੀਕੇ ਨਾਲ ਛੁਟਕਾਰੇ ਦੇ ਵਿੱਚ ਰਹੀਏ, ਔਰ ਉਹ ਅਸਲੀ ਛੁਟਕਾਰਾ ਮਿਲਦਾ ਵਾ ਜਦੋਂ ਅਸੀਂ ਖੁਦਾ ਨੂੰ ਪਿਆਰ ਕਰਦੇ ਹਾਂ ਦਿਲ ਤੋਂ। ਅੱਜ ਵੀ ਸਿਰਫ ਆਪਾਂ ਇਹ ਦੇਖਣਾ ਕਿ ਸਾਡਾ ਆਖਿਰ ਪ੍ਰਭੂ ਦੇ ਰਾਜ ਵਿੱਚ ਯੋਗਦਾਨ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ, ਜਦੋਂ ਲੋਕ ਤੰਗੀ ਦੇ ਵਿੱਚ ਹੁੰਦੇ ਨਾ, ਤੰਗੀ ਦੇ ਵਿੱਚ ਉਹਨੇ ਕਹਿਣਾ, ਪਾਸਟਰ ਜੀ ਪ੍ਰਾਰਥਨਾ ਕਰੋ, ਮੈਂ ਬਹੁਤ ਜ਼ਿਆਦਾ ਪ੍ਰਭੂ ਦੇ ਕੰਮ ਕਰਨਾ ਚਾਹੁੰਦਾ, ਮੇਰਾ ਬੜਾ ਦਿਲ ਆ ਪ੍ਰਭੂ ਦੇ ਕੰਮ ਕਰਨ ਨੂੰ, ਪਰ ਮੇਰੀ ਜਿਹੜੀ ਫਾਈਨੈਂਸ਼ਲੀ ਕੰਡੀਸ਼ਨ ਆ ਉਹ ਬਹੁਤ ਲੋ ਆ, ਮੈਂ ਪੈਸੇ ਦੇ ਨਾਲ ਪ੍ਰਭੂ ਦੇ ਕੰਮ ਕਰਨਾ ਚਾਹੁੰਦਾ, ਮੈਨੂੰ ਪਤਾ ਕਿ ਮਿਨਿਸਟਰੀ ਦੇ ਵਿੱਚ ਇਹ ਚੀਜ਼ਾਂ ਦੀ ਯੋਗਦਾਨ ਚਾਹੀਦਾ, ਇਹ ਚੀਜ਼ਾਂ ਦੀ ਜ਼ਰੂਰਤ ਹੈਗੀ, ਪਰ ਮੈਂ ਬਹੁਤ ਥੋੜਾ ਕਰ ਰਿਹਾ, ਮੈਂ ਬਹੁਤਾ ਕਰਨਾ ਚਾਹੁੰਦਾ ਵਾਂ, ਮੈਂ ਖੁਦਾ ਦੇ ਰਾਜ ਦੇ ਵਿੱਚ ਜ਼ਿਆਦਾ ਕੰਮ ਕਰਨਾ ਚਾਹੁੰਦਾ। ਉਸ ਤੋਂ ਬਾਅਦ ਖੁਦਾਵੰਦ ਉਹਨਾਂ ਨੂੰ ਮੌਕਾ ਦਿੰਦਾ, ਉਹਨਾਂ ਨੂੰ ਬਲੈਸਿੰਗ ਦਿੰਦਾ, ਪਰ ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਅਸੀਂ ਖੁਦਾ ਦੇ ਕੰਮ ਨੂੰ ਕਦੀ ਨਹੀਂ ਪਹਿਲ ਦਿੰਦੇ। ਜੇ ਸਾਡਾ ਮੰਨ ਲਓ ਇੱਕ ਕਮੇਟੀ ਚੱਲ ਰਹੀ, ਅਸੀਂ ਇੱਕ ਠੋਕ ਹੋਰ ਦੋ ਦਿੰਦੇ ਹਾਂ ਕਿ ਚਲੋ ਯਾਰ ਹੁਣ ਪੈਸਾ ਹੈ ਨਾ ਆ ਰਿਹਾ, ਹੁਣ ਹੋਰ ਥੋੜੀ ਕਮੇਟੀ ਵਧਾ ਦਿਓ, ਇੱਕ ਚੱਲ ਰਹੀ ਹੈ ਇੱਕ ਹੋਰ ਪਾ ਦਿਓ, ਫਿਰ ਉਸ ਪੈਸੇ ਨੂੰ ਜਮ੍ਹਾਂ ਕਰ ਲਓ, ਫਿਰ ਉਹਦਾ ਗੋਲਡ ਬਣਾ ਲਓ, ਆਹ ਕਰ ਲਓ, ਜੇ ਕਰ ਲਓ, ਗੋਲਡ ਬਣ ਗਿਆ, ਉਹਨੂੰ ਅਲਮਾਰੀ ਦੇ ਵਿੱਚ, ਸੰਦੂਕ ਦੇ ਵਿੱਚ ਰੱਖ ਦਿਓ। ਪਰਮੇਸ਼ਰ ਵੀ ਦੇਖਦਾ ਕਿ ਮੈਂ ਤੈਨੂੰ ਇਸ ਕੰਮ ਲਈ ਬਰਕਤ ਦਿੱਤੀ ਕਿ ਬੰਦ ਕਰਨ ਦੇ ਲਈ। ਪ੍ਰਭੂ ਕਹਿੰਦਾ ਤੂੰ ਵੀ ਆਪਣੇ ਲਈ ਵੀ ਯੂਜ਼ ਕਰ, ਹੈ ਨਾ। ਖੁਦਾਵੰਦ ਕਹਿੰਦਾ ਤੂੰ ਵੀ ਯੂਜ਼ ਕਰ ਆਪਣੇ ਲਈ, ਪਰ ਪ੍ਰਭੂ ਕਹਿੰਦਾ ਜਿਸ ਕੰਮ ਲਈ ਦਿੱਤਾ ਤੂੰ ਉਸ ਕੰਮ ਦੇ ਲਈ ਵੀ ਯੂਜ਼ ਕਰ। ਅੱਜ ਪਰਮੇਸ਼ਰ ਮੈਨੂੰ ਜਦੋਂ ਪੈਸਾ ਦਿੰਦਾ, ਮੈਨੂੰ ਪਤਾ ਮੈਂ ਆਪ ਵੀ ਯੂਜ਼ ਕਰਨਾ, ਪਰ ਖੁਦਾ ਦੇ ਰਾਜ ਦੇ ਵਿੱਚ ਵੀ ਯੂਜ਼ ਕਰਨਾ। ਤੇ ਜੇ ਅਗਰ ਮੈਂ ਸਿਰਫ ਆਪਣੇ ਲਈ ਯੂਜ਼ ਕਰ ਰਿਹਾ ਵਾਂ, ਖੁਦਾ ਦੇ ਰਾਜ ਦੇ ਵਿੱਚ ਨਹੀਂ ਯੂਜ਼ ਕਰ ਰਿਹਾ, ਤਾਂ ਮੈਂ ਦੋਸ਼ੀ ਠਹਿਰਾਂਗਾ ਇਸ ਗੱਲ ਦੇ ਉੱਤੋਂ। ਸਮਝ ਰਹੇ ਮੇਰੀ ਗੱਲ ਨੂੰ? ਮੈਂ ਦੋਸ਼ੀ ਠਹਿਰਾਂਗਾ ਔਰ ਖੁਦਾਵੰਦ ਮੈਨੂੰ ਪੁੱਛੇਗਾ ਕਿ ਮੈਂ ਤੈਨੂੰ ਇੱਕ ਤੋੜਾ ਦਿੱਤਾ, ਮੈਂ ਤੈਨੂੰ 2 ਦਿੱਤੇ, ਮੈਂ ਤੈਨੂੰ 5 ਦਿੱਤੇ, ਤੂੰ ਕੀ ਕੀਤਾ ਉਹਨਾਂ ਦਾ? ਕੀ ਜਵਾਬ ਦੇਵਾਂਗੇ? ਅੱਜ ਜਿਹੜੇ ਬੰਧਨਾਂ ਦੇ ਵਿੱਚੋਂ ਆਪਾਂ ਫਸੇ ਸੀਗੇ, ਜਦੋਂ ਪਤਾ ਸੀਗਾ ਕਿ ਯਾਰ ਖੁਦਾ ਦੇ ਇਲਾਵਾ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ, ਸਾਨੂੰ ਕੋਈ ਕੱਢ ਨਹੀਂ ਸਕਦਾ, ਸਾਨੂੰ ਕੋਈ ਹੀਲ ਨਹੀਂ ਕਰ ਪਾ ਰਿਹਾ, ਸਾਨੂੰ ਕੋਈ ਕੱਢ ਨਹੀਂ ਰਿਹਾ, ਖੁਦਾਵੰਦ ਨੇ ਆਪਣੇ ਦਾਸ ਦੀਆਂ ਪ੍ਰਾਰਥਨਾ ਦੁਆਰਾ ਖੁਦਾਵੰਦ ਇਸਤੇਮਾਲ ਕੀਤਾ, ਸਾਨੂੰ ਬਾਹਰ ਕੱਢਿਆ। ਫਿਰ ਪਰਮੇਸ਼ਰ ਵੀ ਚਾਹੁੰਦਾ ਵਾ ਕਿ ਜਦੋਂ ਹੁਣ ਅਸੀਂ ਨਿਕਲਿਆ ਤਾਂ
ਸਾਡਾ ਰੋਲ ਆ ਉਸ ਸਪਿਰਚੁਅਲ ਫੈਮਿਲੀ ਵਿੱਚ ਜੁੜ ਜਾਣਾ। ਅਸੀਂ ਇੱਕ ਆਤਮਿਕ ਫੈਮਿਲੀ ਬਣ ਗਏ ਹਾਂ। ਅਗਰ ਅਸੀਂ ਆਤਮਿਕ ਫੈਮਿਲੀ ਨਹੀਂ ਬਣੇ, ਇਹਦਾ ਮਤਲਬ ਸਾਡਾ ਪ੍ਰਭੂ ਦੇ ਨਾਲ ਕੋਈ ਵੀ ਸੰਬੰਧ ਨਹੀਂ ਆ। ਤੇ ਜੇ ਅਗਰ ਅਸੀਂ ਇੱਕ ਆਤਮਿਕ ਫੈਮਿਲੀ ਬਣੇ ਆ, ਤੇ ਫਿਰ ਸਾਡੀਆਂ ਜ਼ਿੰਮੇਵਾਰੀਆਂ ਵੀ ਕੁਝ ਹੁੰਦੀਆਂ, ਸਾਡੀਆਂ ਰਿਸਪੌਂਸਿਬਿਲਟੀਆਂ ਉਸ ਫੈਮਿਲੀ ਦੇ ਵਿੱਚ। ਅੱਜ ਵੀ ਜਦੋਂ ਸਾਡੀ ਇੱਕ ਸਰੀਰਕ ਫੈਮਿਲੀ ਵੀ ਆ, ਸਾਡੀ ਉਹਦੇ ਵਿੱਚ ਜ਼ਿੰਮੇਵਾਰੀਆਂ ਹੁੰਦੀਆਂ, ਔਰ ਅਸੀਂ ਉਹਨਾਂ ਨੂੰ ਨਿਭਾਉਂਦੇ ਆ ਕਿ ਨਹੀਂ? ਅਸੀਂ ਨਿਭਾਉਂਦੇ ਹਾਂ। ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀਆਂ ਹੁੰਦੀਆਂ, ਪੜ੍ਹਾਉਣਾ ਭਾਈ ਇਹਨਾਂ ਨੂੰ, ਨਿਭਾਉਂਦੇ ਹਾਂ। ਪਤਨੀ ਦੇ ਪ੍ਰਤੀ ਜ਼ਿੰਮੇਵਾਰੀਆਂ, ਘਰ ਦੇ ਪ੍ਰਤੀ ਜ਼ਿੰਮੇਵਾਰੀਆਂ, ਘਰ ਦੇ ਸੌਦੇ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ ਅਸੀਂ। ਸੱਚ ਹੈ ਕਿ ਨਹੀਂ? ਔਰ ਜਿਸ ਸਪਿਰਚੁਅਲ ਫੈਮਿਲੀ ਦੇ ਵਿੱਚ ਖੁਦਾ ਨੇ ਸਾਨੂੰ ਜੋੜਿਆ ਵਾ, ਸਾਡੀ ਉੱਥੇ ਵੀ ਕੋਈ ਜ਼ਿੰਮੇਵਾਰੀਆਂ। ਅੱਜ ਵੀ ਲਾਈਫ ਦੇ ਵਿੱਚ ਖੁਦਾ ਸਾਨੂੰ ਬਹੁਤ ਜ਼ਿਆਦਾ ਬਲੈਸ ਕਰਨਾ ਚਾਹੁੰਦਾ, ਜਿਹਦੇ ਸਾਡੀ ਸਮਝ ਤੋਂ ਬਾਹਰ ਆ, ਸਾਡੀ ਸੋਚ ਤੋਂ ਵੀ ਬਾਹਰ ਆ, ਜੋ ਖੁਦਾਵੰਦ ਸਾਡੀ ਜ਼ਿੰਦਗੀ ਵਿੱਚ ਕਰਨਾ ਚਾਹੁੰਦਾ। ਪਰ ਪਤਾ ਪ੍ਰੋਬਲਮ ਕਿੱਥੇ ਆਉਂਦੀ ਆ? ਪ੍ਰੋਬਲਮ ਇੱਥੇ ਆਉਂਦੀ ਆ ਕਿ ਅਸੀਂ ਖੁਦਾ ਨੂੰ ਸਮਝਣਾ ਨਹੀਂ ਚਾਹੁੰਦੇ। ਪ੍ਰੋਬਲਮ ਇੱਥੇ ਆਉਂਦੀ, ਸਿਰਫ ਅਸੀਂ ਖੁਦਾ ਨੂੰ ਇਸਤੇਮਾਲ ਕਰਨਾ ਚਾਹੁੰਦੇ ਆਪਣੀ ਬਿਮਾਰੀ ਦੇ ਲਈ, ਇਸਤੇਮਾਲ ਕਰਨਾ ਚਾਹੁੰਦੇ ਆਪਣੀ ਬੰਧਨ ਦੇ ਲਈ, ਇਸਤੇਮਾਲ ਕਰਨਾ ਚਾਹੁੰਦੇ ਆਪਣੀ ਸਮੱਸਿਆ ਦੇ ਲਈ। ਔਰ ਇੱਥੇ ਸਾਰੀ ਪ੍ਰੋਬਲਮ ਆਉਂਦੀ ਆ। ਪ੍ਰਭੂ ਕਹਿੰਦਾ ਮੈਂ ਤੇ ਤੇਰਾ ਬਣਨਾ ਚਾਹੁੰਦਾ ਹੈ ਨਾ, ਤੇ ਮੈਂ ਤੈਨੂੰ ਆਪਣਾ ਬਣਾਉਣਾ ਚਾਹੁੰਦਾ, ਪਰ ਤੂੰ ਮੈਨੂੰ ਇਸਤੇਮਾਲ ਹੀ ਕਰਨ ਦੀ ਸੋਚ ਰਿਹਾ ਵਾ। ਤੇ ਤੂੰ ਮੈਨੂੰ ਜਿੰਨਾ ਫਿਰ ਇਸਤੇਮਾਲ ਕਰ ਰਿਹਾ ਵਾ, ਤੇ ਓਨਾ ਹੀ ਹੋ ਰਿਹਾ ਵਾ, ਉਸ ਤੋਂ ਵੱਧ ਕੇ ਕੁਛ ਨਹੀਂ ਹੋਏਗਾ ਤੇਰੀ ਜ਼ਿੰਦਗੀ ਦੇ ਵਿੱਚ। ਤੇ ਜੇ ਅਗਰ ਜਿਸ ਪਰਮੇਸ਼ਰ ਨੂੰ ਅਸੀਂ ਇਸਤੇਮਾਲ ਕਰਦੇ ਹਾਂ ਤੇ ਕੁਝ ਪ੍ਰਾਪਤ ਕਰ ਲਿਆ, ਤੇ ਅਗਰ ਅਸੀਂ ਉਹਨੂੰ ਹੀ ਪ੍ਰਾਪਤ ਕਰ ਲਿਆ, ਤੇ ਸੋਚੋ ਬਰਕਤਾਂ ਵੀ ਸਾਡੀ ਲਾਈਫ ਦੇ ਵਿੱਚ ਆ ਗਈਆਂ। ਪਰ ਅੱਜ ਪ੍ਰੋਬਲਮ ਕਿੱਥੇ ਆ ਕਿ ਅਸੀਂ ਇੰਨਾ ਜ਼ਿਆਦਾ ਚਲਾਕ ਮਾਈਂਡ ਦੇ ਬਣ ਜਾਂਦੇ ਆ, ਇੰਨੀ ਸਾਡੇ ਅੰਦਰ ਚਲਾਕੀ ਹੁੰਦੀ ਆ ਕਿ ਅਸੀਂ ਇਨਸਾਨਾਂ ਨਾਲ ਤੇ ਕਰਦੇ ਹੀ ਕਰਦੇ ਆ, ਅਸੀਂ ਰੱਬ ਦੇ ਨਾਲ ਵੀ ਉਹੀ ਚਲਾਕੀ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਸੱਚ ਹੈ ਕਿ ਨਹੀਂ? ਅਸੀਂ ਉੱਦਾਂ ਹੀ ਆਪਾਂ ਇਨਸਾਨਾਂ ਨਾਲ ਵੀ ਉਸੇ ਚਲਾਕੀ ਰਵੱਈਏ ਨਾਲ ਚੱਲ ਰਿਹਾ ਹੁੰਦਾ ਸਾਡਾ ਕੰਮ ਵੀ, ਕਿੱਦਾਂ ਹੈ, ਬਸ ਆਪਣਾ ਕੰਮ ਕਢਾਉਣਾ ਪਾਈ ਇਹਦੇ ਕੋਲ, ਬਸ ਆਪਣਾ ਕੰਮ ਕਢਾਉਣਾ। ਔਰ ਇਹੀਓ ਸਾਡਾ ਗੰਦਾ ਰਵੱਈਆ ਖੁਦਾ ਦੇ ਕੋਲ ਵੀ ਆ ਜਾਂਦਾ। ਤੇ ਪ੍ਰੋਬਲਮ ਕਿਦੋਂ ਹੁੰਦੀ ਆ? ਪ੍ਰੋਬਲਮ ਖੁਦਾ ਨੂੰ ਕੋਈ ਨਹੀਂ ਹੁੰਦੀ, ਉਹਨੂੰ ਕੋਈ ਫਰਕ ਥੋੜੀ ਪੈਣਾ ਵਾ, ਉਹਦੇ ਤੇ ਕਰੋੜਾਂ ਅਰਬਾਂ ਦੂਤ ਆ, ਉਹਦੇ ਸਾਰੀ ਦੁਨੀਆ ਨੂੰ ਰਚਿਆ ਤੇ ਕੁਝ ਵੀ ਕਰ ਸਕਦਾ। ਪ੍ਰੋਬਲਮ ਸਾਨੂੰ ਹੀ ਪੈਂਦੀ ਆ। ਸਭ ਤੋਂ ਵੱਡੀ ਗੱਲ ਕਿ ਪ੍ਰੋਬਲਮ ਸਾਨੂੰ ਪੈਂਦੀ ਆ। ਔਰ ਜਿਹੜੀਆਂ ਬਰਕਤਾਂ ਨੂੰ ਅਸੀਂ ਖੁਦਾ ਦਾ ਕੰਮ ਕਰਕੇ ਪ੍ਰਾਪਤ ਕਰਨਾ ਸੀ ਨਾ, ਉਹਨਾਂ ਨੂੰ ਕਦੀ ਵੀ ਆਪਾਂ ਪ੍ਰਾਪਤ ਨਹੀਂ ਕਰ ਪਾਉਂਦੇ। ਉਹ ਬਰਕਤਾਂ ਉੱਦਾਂ ਦੀਆਂ ਉੱਦਾਂ ਪਈਆਂ ਰਹਿੰਦੀਆਂ, ਪਰ ਸਾਡੀ ਲਾਈਫ ਦੇ ਵਿੱਚ ਉਹ ਕਦੀ ਵੀ ਨਹੀਂ ਆਉਂਦੀਆਂ। ਅੱਜ ਵੀ ਖੁਦਾ ਨੇ ਜਦੋਂ ਸਾਨੂੰ ਆਪਣੇ ਕੋਲ ਬੁਲਾਇਆ ਨਾ, ਉਹਦਾ ਕੁਝ ਮਕਸਦ ਆ। ਪਰ ਅਗਰ ਤੁਸੀਂ ਉਸ ਮਕਸਦ ਦੇ ਵਿੱਚ ਨਹੀਂ ਆਓਗੇ, ਤੁਸੀਂ ਉਹ ਬਰਕਤਾਂ ਨੂੰ ਕਦੀ ਵੀ ਪ੍ਰਾਪਤ ਨਹੀਂ ਕਰ ਪਾਓਗੇ। ਹਮੇਸ਼ਾ ਸੋਚੋ ਕਿ ਜਿਸ ਬੰਦੇ ਨੂੰ ਪਹਿਲੇ ਪ੍ਰਭੂ ਨੇ 5 ਦਿੱਤੇ ਆ, 2 ਦਿੱਤੇ ਆ, ਉਸ ਮਾਲਕ ਨੇ, ਤੇ ਉਹਨੇ ਚੈੱਕ ਕੀਤਾ ਕਿ ਯਾਰ ਇਹ ਬੰਦਾ ਭਰੋਸੇਯੋਗ ਨਿਕਲਿਆ, ਇਹਨੇ 5 ਦੇ ਨਾਲ ਕੰਮ ਕੀਤਾ, 10 ਕੀਤੇ ਆ, ਇਹਨੇ 2 ਨਾਲ ਕੰਮ ਕੀਤਾ, 4 ਕੀਤੇ ਆ। ਹੁਣ ਜਦੋਂ ਅਗਲੀ ਵਾਰੀ ਸਵਾਮੀ ਜਾਊਗਾ ਫਿਰ ਉੱਥੇ, ਤੇ ਕੀ ਕੁਝ ਦੇ ਕੇ ਜਾਊਗਾ ਇਹਨਾਂ ਨੂੰ? ਤੁਸੀਂ ਖੁਦ ਸੋਚੋ ਕਿੰਨਾ ਪ੍ਰਾਊਡ ਹੋਏਗਾ, ਕਿੰਨਾ ਭਰੋਸਾ ਹੋਏਗਾ ਉਹਨਾਂ ਲੋਕਾਂ ਦੇ ਉੱਪਰ, ਕਿੰਨਾ ਉਹ ਮਾਲਕ ਕਹੂਗਾ ਕਿ ਯਾਰ ਇਹ ਮੇਰੇ ਭਰੋਸੇਯੋਗ ਬੰਦੇ ਆ। ਪਰ ਕੀ ਅੱਜ ਸਾਡੇ ਤੇ ਸਵਾਲ ਉੱਠਦਾ ਵਾ ਕਿ ਅਸੀਂ ਪਰਮੇਸ਼ਰ ਦੇ ਭਰੋਸੇਯੋਗ ਹੈਗੇ ਆ? ਕੀ ਆਪਾਂ ਕਹਿ ਸਕਦੇ ਹਾਂ ਕਿ ਪਰਮੇਸ਼ਰ ਤੂੰ ਮੇਰੇ ਤੇ ਭਰੋਸਾ ਕਰ ਸਕਦਾ ਵਾ? ਮੈਂ ਸੀ ਚਲਾਕ, ਬਹੁਤ ਜ਼ਿਆਦਾ ਚਲਾਕ ਬੰਦਾ ਸੀਗਾ, ਪਰ ਹੁਣ ਸਾਰਾ ਕੁਝ ਛੱਡ ਦਿੱਤਾ ਵਾ। ਬਾਈਬਲ ਵਿੱਚ ਲਿਖਿਆ ਉਹ ਭਲਿਆਂ ਦਾ ਪਰਮੇਸ਼ਰ ਆ, ਉਹ ਸਿੱਧਿਆਂ ਦਾ ਪਰਮੇਸ਼ਰ ਆ, ਔਰ ਉਹ ਚਲਾਕਾਂ ਅਤੇ ਘਮੰਡੀਆਂ ਦਾ ਸਾਹਮਣਾ ਕਰਦਾ ਵਾ। ਐਸੇ ਲੋਕ ਉਹਦੇ ਕੋਲ ਦਇਆ ਪ੍ਰਾਪਤ ਨਹੀਂ ਕਰ ਸਕਦੇ, ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਕਿਉਂਕਿ ਬਾਈਬਲ ਦਾ ਵਰਡ ਪੜ੍ਹੋ ਤੁਸੀਂ, ਬਾਈਬਲ 'ਚ ਲਿਖਿਆ ਕਿ ਉਹ ਭਲਿਆਂ ਦਾ, ਸਿੱਧਿਆਂ ਦਾ ਮਤਲਬ ਉਹ ਨਹੀਂ ਜਿਹੜੇ ਆਪਾਂ ਸਿੱਧੇ ਵਹਿੰਦੇ ਹਾਂ ਨਾ, ਜਿਹੜੇ ਹੁੰਦੇ ਦਿਮਾਗ ਦੇ ਸਿੱਧੇ ਥੋੜ੍ਹੇ, ਉਹਨਾਂ ਦੀ ਗੱਲ ਨਹੀਂ। ਸਿੱਧੇ ਦੇ ਮਤਲਬ ਜਿਹੜੇ ਖੁਦਾ ਦੇ ਨਾਲ ਸਿੱਧੇ ਚੱਲਦੇ ਆ, ਚਲਾਕੀਆਂ ਨਾਲ ਨਹੀਂ ਚੱਲਦੇ। ਅੱਜ ਵੀ ਬਹੁਤ ਸਾਰੇ ਲੋਕ ਇੱਥੋਂ ਮਿਸਟੇਕ ਕਰਦੇ ਆ, ਔਰ ਕਦੀ ਉਸ ਅਸਲੀ ਵਾਲੀ ਬਰਕਤ ਤੱਕ ਪਹੁੰਚ ਨਹੀਂ ਸਕਦੇ। ਉਹ ਜਿੰਨਾ ਕੁ ਘਸਾਉਂਦੇ ਆ ਸੋਨਾ, ਉਹਨਾਂ ਕੁ ਕੱਢ ਲੈਂਦੇ ਆ। ਖੁਦਾਵੰਦ ਕਹਿੰਦਾ ਮੈਂ ਤੁਹਾਨੂੰ ਪੂਰੀ ਉਹ ਪਹਾੜ ਹੀ ਦੇਣਾ ਚਾਹੁੰਦਾ, ਤੁਹਾਨੂੰ ਮੈਂ ਉਹ ਸਭ ਕੁਝ ਹੀ ਤੁਹਾਨੂੰ ਮੈਂ ਦੇਣਾ ਚਾਹੁੰਦਾ ਵਾਂ। ਪਰ ਅੱਜ ਪ੍ਰੋਬਲਮ ਕਿੱਥੇ ਹੁੰਦੀ ਆ ਇੱਥੇ ਹੁੰਦੀ ਆ ਕਿ ਸਿਰਫ ਅਸੀਂ ਉਹ ਚਲਾਕੀ ਵਾਲਾ ਮਨ ਜਿਹੜਾ ਆਪਾਂ ਲੋਕਾਂ ਦੇ ਨਾਲ ਇਸਤੇਮਾਲ ਕਰਦੇ ਨਾ, ਉਹੀਓ ਹੀ ਖੁਦਾ ਦੇ ਨਾਲ ਵੀ ਆਪਾਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਉੱਥੇ ਅਸੀਂ ਫੇਲ ਹੋ ਜਾਂਦੇ ਹਾਂ। ਔਰ ਪ੍ਰਭੂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਸਿਰਫ ਚਲਾਕੀਆਂ ਵਾਲਾ ਬੰਦਾ। ਤੇ ਜਦ ਤੱਕ ਅਸੀਂ ਆਪਣੇ ਆਪ ਨੂੰ ਬਦਲਾਂਗੇ ਨਹੀਂ, ਆਪਣਾ ਰਵੱਈਆ ਨਹੀਂ ਬਦਲਾਂਗੇ, ਤਦ ਤੱਕ ਅਸੀਂ ਖੁਦਾ ਦੇ ਕੋਲ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ। ਬਾਈਬਲ ਦੇ ਵਿੱਚ ਵਚਨ ਲਿਖਿਆ, ਪ੍ਰਭੂ ਕਹਿੰਦਾ ਮੈਂ ਭੁੱਖਿਆਂ ਨੂੰ ਤੇ ਪਿਆਸਿਆਂ ਨੂੰ ਤ੍ਰਿਪਤ ਕਰਦਾ।
ਜੇ ਸਾਡੇ ਅੰਦਰ ਭੁੱਖ ਹੀ ਹੈ ਨਹੀਂ ਆ, ਪਿਆਸ ਹੀ ਹੈ ਨਹੀਂ ਆ ਖੁਦਾ ਦੇ ਕੰਮਾਂ ਨੂੰ ਕਰਨ ਲਈ, ਉਹ ਸਾਨੂੰ ਤ੍ਰਿਪਤ ਕਿੱਦਾਂ ਕਰੂਗਾ? ਜੇ ਸਾਡੇ ਅੰਦਰ ਭੁੱਖ ਹੀ ਹੈ ਨਹੀਂ ਆ ਕਿ ਅਸੀਂ ਦੂਜਿਆਂ ਲੋਕਾਂ ਤੱਕ ਸੁਸਮਾਚਾਰ ਪਹੁੰਚਾਈਏ, ਦੂਜਿਆਂ ਲੋਕਾਂ ਨੂੰ ਪ੍ਰਭੂ ਦੇ ਵਿੱਚ ਲੈ ਕੇ ਆਈਏ, ਤੇ ਉਹ ਸਾਨੂੰ ਤ੍ਰਿਪਤ ਕਿੱਦਾਂ ਕਰੂਗਾ? ਜੇ ਸਾਡੇ ਅੰਦਰ ਪਿਆਸ ਹੀ ਹੈ ਨਹੀਂ ਆ ਕਿ ਪ੍ਰਭੂ ਮੈਨੂੰ ਬਰਕਤ ਦੇ, ਮੈਂ ਤੇਰੇ ਰਾਜ ਦੇ ਵਿੱਚ ਕੰਮ ਕਰੂੰਗਾ, ਮੈਂ ਪਰਮੇਸ਼ਰ ਉਸ ਪੈਸੇ ਨੂੰ ਆਪਣੇ ਲਈ ਵੀ ਯੂਜ਼ ਕਰੂੰਗਾ, ਉਸ ਪੈਸੇ ਨੂੰ ਤੇਰੇ ਲਈ ਵੀ ਯੂਜ਼ ਕਰੂੰਗਾ, ਤੇ ਫਿਰ ਬਾਈਬਲ 'ਚ ਲਿਖਿਆ ਕਿ ਪ੍ਰਭੂ ਕਹਿੰਦਾ ਮੈਂ ਫਿਰ ਤ੍ਰਿਪਤ ਕਰਦਾ ਵਾਂ, ਉਹ ਫਿਰ ਸਾਨੂੰ ਰਜ਼ਾਉਂਦਾ ਵਾ, ਉਹ ਸਾਨੂੰ ਦਿੰਦਾ ਵਾ। ਪਰ ਅੱਜ ਸਾਡੀ ਲਾਈਫ ਦੇ ਵਿੱਚ ਪ੍ਰੋਬਲਮ ਇਹੋ ਹੀ ਆ ਕਿ ਅਸੀਂ ਆਪਣੇ ਇਸ ਛੋਟੇ ਜਿਹੇ ਦਿਮਾਗ ਨਾਲ ਸਿਰਫ ਛੋਟਾ ਜਿਹਾ ਸੋਚਦੇ ਹਾਂ। ਮੈਂ ਕੱਲ ਵੀ ਕਿਸੇ ਨੂੰ ਕਹਿ ਰਿਹਾ ਸੀਗਾ ਕਿ ਦੇਖੋ, ਪ੍ਰਭੂ ਨੇ ਤੁਹਾਨੂੰ ਕਿਹਾ 6 ਦਿਨ ਕੰਮ ਕਰ, 7ਵੇਂ ਦਿਨ ਮੇਰੇ ਘਰ ਵਿੱਚ ਆ। ਕੀ ਤੁਸੀਂ ਭਰੋਸਾ ਕਰਦੇ ਆ ਪ੍ਰਭੂ ਦੇ ਉੱਤੇ? ਪਰ ਉਹ ਕਹਿਣ ਦੇ ਲਈ ਕਹਿ ਦੇਣਗੇ ਹਾਂਜੀ, ਪਰ ਜਦੋਂ 7ਵਾਂ ਦਿਨ ਆਏਗਾ ਕਿਤੇ ਨਾ ਕਿਤੇ ਦਿਮਾਗ 'ਚ ਲਾਲਚ ਘੁੰਮੂਗਾ ਕਿ ਯਾਰ ਅੱਜ ਮਿਸ ਕਰਦੇ ਆ ਸੰਡੇ 'ਚ, ਤੇ ਚੱਲ ਅੱਜ ਪੈਸੇ ਕਮਾਉਣ ਜਾਂਦੇ। ਕਿੱਥੇ ਗਿਆ ਫਿਰ ਭਰੋਸਾ? ਔਰ ਮੈਂ ਕਿਹਾ ਕਿ ਦੇਖੋ, ਤੁਹਾਨੂੰ ਤੇ ਪ੍ਰਭੂ ਨੇ 6 ਦਿਨ ਦਿੱਤੇ ਆ, ਤੇ ਮੈਂ ਟੋਟਲੀ ਪ੍ਰਭੂ ਤੇ ਡਿਪੈਂਡਡ ਆ, ਟੋਟਲੀ ਪ੍ਰਭੂ ਤੇ ਡਿਪੈਂਡਡ। ਤੁਸੀਂ ਤੇ 6 ਦਿਨ ਆਪਣਾ ਕੰਮ ਕਰਕੇ ਪੈਸਾ ਕਮਾਓਗੇ, ਜੇਬ 'ਚ ਪਾਓਗੇ, ਤੇ ਮੇਰੇ ਉਹ 6 ਦਿਨ ਵੀ ਪ੍ਰੇਅਰ ਦੇ ਵਿੱਚ ਮੈਂ ਬੈਠਾ ਹੋਊਂਗਾ। ਨਾ ਮੇਰੀ ਕੋਈ ਮਾਂ ਕਮਾ ਰਹੀ ਆ, ਨਾ ਮੇਰਾ ਕੋਈ ਪਿਓ ਕਮਾ ਰਿਹਾ, ਨਾ ਮੇਰੀ ਪਤਨੀ ਕਮਾ ਰਹੀ ਆ, ਨਾ ਮੈਨੂੰ ਕੋਈ ਪੈਨਸ਼ਨ ਆ ਰਹੀ ਆ, ਔਰ ਸਿਰਫ ਟੋਟਲੀ ਡਿਪੈਂਡ ਪ੍ਰਭੂ ਤੇ। ਔਰ ਮੈਂ ਕਿਹਾ ਕਿ ਤੁਸੀਂ ਮੈਨੂੰ ਦੇਖ ਕੇ ਮੈਨੂੰ ਦੇਖੋ ਕਿ ਮੈਨੂੰ ਪ੍ਰਭੂ ਨੇ ਕਿ ਭੁੱਖਿਆ ਛੱਡਿਆ, ਕਿ ਮੈਨੂੰ ਪ੍ਰਭੂ ਨੇ ਕਿਤੇ ਮੈਨੂੰ ਗਰੀਬ ਛੱਡਿਆ, ਕਿ ਮੈਨੂੰ ਪ੍ਰਭੂ ਨੇ ਕੁਝ ਇੱਦਾਂ ਦਾ ਛੱਡਿਆ ਕਿ ਮੈਂ ਲੋਕਾਂ ਦੇ ਕੋਲ ਮੰਗ ਰਿਹਾ, ਕਿ ਮੈਂ ਬਹੁਤ ਦੁਖੀ ਹਾਂ, ਮੈਂ ਕਹਾਂ ਬੜਿਆ ਮੈਂ ਦੁਖੀ ਹੋ ਗਿਆ, ਮੇਰੇ ਕੋਲ ਤੇ ਕੰਮ ਹੀ ਹੈ ਨਹੀਂ, ਮੇਰਾ ਪੈਸੇ ਦਾ ਕੋਈ ਸੋਰਸ ਹੈ ਨਹੀਂ। ਜੇ ਮੈਂ ਕਿਹਾ ਮੇਰੇ ਵੱਲ ਦੇਖੋ, ਫਿਰ ਤੁਸੀਂ 6 ਦਿਨ ਤੁਹਾਨੂੰ ਦਿੱਤੇ ਰੱਬ ਨੇ ਕੰਮ ਕਰਨ ਦੇ ਲਈ, 7ਵੇਂ ਦਿਨ ਦਾ ਵੀ ਤੁਸੀਂ ਲਾਲਚ ਕਰ ਰਹੇ ਹੋ। ਹਾਲੇਲੂਇਆ। ਕਿ 7ਵੇਂ ਦਿਨ ਦਾ ਵੀ ਤੁਸੀਂ ਲਾਲਚ ਕਰ ਰਹੇ, ਇਹਦਾ ਮਤਲਬ ਤੁਸੀਂ ਖੁਦਾ ਤੇ ਭਰੋਸਾ ਨਹੀਂ ਹੈਗਾ। ਔਰ ਜਿਹੜਾ ਤੁਸੀਂ ਕਹਿੰਦੇ ਆ ਨਾ ਭਰੋਸਾ, ਜਿਹੜਾ ਤੁਸੀਂ ਕਹਿੰਦੇ ਆ, ਉਹ ਭਰੋਸਾ ਸਿਰਫ ਇੱਕ ਮਤਲਬ ਹੀ ਆ, ਉਹ ਭਰੋਸਾ ਸਿਰਫ ਪ੍ਰਭੂ ਨੂੰ ਇਸਤੇਮਾਲ ਕਰਨ ਵਾਲਾ ਵਾ। ਔਰ ਉਹ ਭਰੋਸਾ ਤੁਹਾਨੂੰ ਫਿਰ ਸਵਰਗ ਰਾਜ ਦੇ ਵਿੱਚ ਨਹੀਂ ਲੈ ਕੇ ਜਾ ਸਕਦਾ, ਕਿਉਂਕਿ ਤੁਹਾਡਾ ਭਰੋਸਾ ਸਿਰਫ ਗਲਤ ਆ। ਤੁਹਾਡਾ ਭਰੋਸਾ ਸਿਰਫ ਇੱਕ ਉਹ ਬਾਬਿਆਂ ਵਾਂਗੂ ਆ ਕਿ ਫੂਕ ਵੱਜੂਗੀ ਚੰਗਾ ਹੋ ਜਾਊਗਾ, ਆ ਜੂਗੀ, ਤੇਲ ਲੱਗ ਜੂਗਾ, ਮੈਂ ਚੰਗਾ ਹੋ ਜਾਊਗਾ, ਪਾਸੇ ਜੀ ਹੱਥ ਰੱਖ ਕੇ ਪ੍ਰੇਅਰ ਕਰ ਦੇਂਗੇ ਮੈਂ ਚੰਗਾ ਹੋ ਜਾਊਗਾ। ਇਹ ਭਰੋਸਾ ਸਿਰਫ ਸਾਡਾ ਚੰਗਾਈ ਤੱਕ ਆ, ਤੇ ਜੇ ਸਾਡਾ ਭਰੋਸਾ ਚੰਗਾਈ ਤੱਕ ਹੈ, ਫਿਰ ਸਾਨੂੰ ਚੰਗਾਈ ਮਿਲੂਗੀ, ਅੱਗੇ ਕੋਈ ਛੁਟਕਾਰੇ ਨਹੀਂ ਮਿਲਣਗੇ, ਅੱਗੇ ਕੋਈ ਬਰਕਤ ਨਹੀਂ ਮਿਲੂਗੀ, ਅੱਗੇ ਕੋਈ ਸਵਰਗ ਜੀਵਨ ਨਹੀਂ ਮਿਲੂਗਾ। ਕਿਉਂਕਿ ਜਿੰਨੀ ਤੁਹਾਡੀ ਭੁੱਖ ਹੈ ਤੁਹਾਨੂੰ ਓਨਾ ਹੀ ਮਿਲਣਾ, ਜਿੰਨੀ ਤੁਹਾਡੀ ਪਿਆਸ ਹੈ ਤੁਹਾਨੂੰ ਓਨਾ ਹੀ ਮਿਲਣਾ, ਉਸ ਤੋਂ ਵੱਧ ਕੇ ਤੁਹਾਨੂੰ ਕਦੀ ਨਹੀਂ ਮਿਲਣਾ। ਆਪਣੇ ਪੰਜਾਬ ਦੇ ਵਿੱਚ ਕਦੀ ਕਿਸੇ ਦੇ ਕੋਲ ਆਪਾਂ ਰੋਟੀ ਖਾਣ ਬਹਿ ਜਾਵਾਂਗੇ ਨਾ, ਖਾਣਾ ਖਾਣ ਬਹਿ ਜਾਵਾਂਗੇ, ਆਪਾਂ ਕਹਾਂਗੇ ਦੇ ਦਿਓ ਜੀ 2 ਰੋਟੀਆਂ ਦੇ ਦਿਓ, ਮੈਂ 2 ਰੋਟੀਆਂ ਖਾਣੀਆਂ ਜੀ। ਉਹਨਾਂ ਨੂੰ ਪਤਾ ਕਿ 2 ਵੈਸੇ ਨੇ ਕਿਹਾ ਵਾ ਦੇਣੀਆਂ 4-5 ਆ, ਸੱਚ ਹੈ ਕਿ ਨਹੀਂ? ਚਾਵਲ ਵੀ ਦੇਣਗੇ, ਉਹ ਵੀ ਦੇ ਦੇਣਗੇ, ਉਹ ਵੀ ਦੇ ਦੇਣਗੇ। ਫਿਰ ਆਪਾਂ 4-5 ਖਾ ਕੇ ਆਣਗੇ ਹੋਰ ਲੈਣੀ ਆ, ਆਪਾਂ ਕਹਿੰਦੇ ਚਲੋ ਉਹਦੀ ਦੇ ਦਿਓ, ਇੱਕ ਅੱਧੀ ਰੋਟੀ ਖਾ ਲੈਂਦੇ ਆ। ਬਾਹਰ ਦੇ ਦੇਸ਼ ਦੇ ਵਿੱਚ ਤੁਸੀਂ ਕਹੋਗੇ ਕਿ 2 ਰੋਟੀਆਂ ਦੇ ਦਿਓ ਜੀ, ਉਹਨਾਂ ਨੇ 2 ਰੋਟੀਆਂ ਬਣਾ ਕੇ ਤੁਹਾਡੀ ਪਲੇਟ 'ਚ ਪਾ ਦੇਣੀਆਂ, ਤੁਸੀਂ 2 ਰੋਟੀਆਂ ਖਾ ਕੇ ਹੁਣ ਅੱਧੇ ਭੁੱਖੇ ਰਹੋ, ਉਹ ਤੁਹਾਡੀ ਗਲਤੀ ਹੈ। ਕਿਉਂਕਿ ਤੁਸੀਂ ਕੀ ਕੀਤਾ? ਤੁਸੀਂ ਮੰਗਿਆ ਹੀ 2। ਹੁਣ ਉਹਨਾਂ ਨੇ ਕਹਿਣਾ ਕਿ ਭਾਈ ਉਹਨੂੰ 2 ਦੀ ਜ਼ਰੂਰਤ ਹੈ, ਮੈਂ ਉਹਨੂੰ 3 ਦੇ ਕੇ ਤੇ ਮੈਂ ਕਿਉਂ ਹੈ ਨਾ ਗੜਬੜ ਕਰਾਂ, ਉਹਨੇ ਮੰਗਿਆ 2 ਆ, ਮੈਂ ਉੱਥੋਂ ਕਿਉਂ ਉਹਨੂੰ ਮੈਂ ਵੱਧ ਦੇਵਾਂ, ਮੈਂ ਕਿਉਂ ਉਹਦਾ ਗੁਨੇਗਾਰ ਹੋਵਾਂ? ਜਿੱਦਾਂ ਦਾ ਪ੍ਰਭੂ ਕਹਿੰਦਾ ਤੁਹਾਡਾ ਵਿਸ਼ਵਾਸ ਹੈ, ਤੁਹਾਡਾ ਉੱਦਾਂ ਹੀ ਹੋਵੇਗਾ। ਅਗਰ ਅੱਜ ਤੁਸੀਂ ਚਾਹੁੰਦੇ ਆ ਕਿ ਖੁਦਾਵੰਦ ਮੈਨੂੰ ਇੰਨਾ ਦੇ ਕਿ ਮੈਂ ਤੇਰੇ ਰਾਜ ਦੇ ਵਿੱਚ ਵੀ ਲਾਵਾਂ, ਤੇ ਖੁਦਾਵੰਦ ਕਰੇਗਾ। ਉਹ ਖੁਦਾਵੰਦ ਮੈਨੂੰ ਮੇਰੀ ਭੁੱਖ ਪਿਆਸ ਵਧਾ ਕਿ ਮੈਂ ਤੇਰਾ ਚੇਲਾ ਬਣ ਕੇ ਇਸ ਧਰਤੀ ਤੇ ਜੀਵਨ ਜੀਵਾਂ, ਫੇਲੀਅਰ ਬਣ ਕੇ ਨਹੀਂ, ਆਲਸੀ ਬਣ ਕੇ ਨਹੀਂ, ਕਿ ਜਿਹਨੂੰ ਪ੍ਰਭੂ ਤੇਰਾ ਦਾਸ ਤੇਰੀ ਦਾਸੀ ਬੁਲਾ ਕੇ ਚਰਚ ਵਿੱਚ ਬੁਲਾ ਰਹੇ ਆ। ਇਹਦਾ ਮਤਲਬ ਕੀ ਆ? ਆਲਸੀ ਅਸੀਂ ਕਿ ਕਿਸੇ ਦੇ ਬੁਲਾਉਣ ਦੇ ਅਸੀਂ ਆ ਰਹੇ ਆ, ਉਹ ਤੇ ਆਪਣੀ ਡਿਊਟੀ ਨਿਭਾ ਰਿਹਾ, ਉਹਨੂੰ ਤੇ ਰੱਬ ਬਰਕਤ ਦਊਗਾ। ਫਿਰ ਸਾਨੂੰ ਕੀ ਰੱਬ ਬਰਕਤ ਦਊਗਾ? ਪ੍ਰਭੂ ਕਹਿੰਦਾ ਤੇਰੀ ਤੇ ਕੋਈ ਭੁੱਖ ਹੀ ਹੈ ਨਹੀਂ ਸੀ, ਤੇਰੀ ਤੇ ਕੋਈ ਪਿਆਸ ਹੀ ਹੈ ਨਹੀਂ ਸੀਗੀ, ਹੈ ਨਾ? ਪ੍ਰਭੂ ਕਿੱਦਾਂ ਸਾਨੂੰ ਬਲੈਸ ਕਰੇਗਾ ਜਦੋਂ ਸਾਡੇ ਅੰਦਰ ਹੀ ਹੈ ਨਹੀਂ ਆ। ਜਿਹੜੇ ਸਾਡੇ ਅੰਦਰ ਭੁੱਖ ਪਿਆਸ ਹੋਊਗੀ ਨਾ, ਫਿਰ ਆਪਾਂ ਦਿਖਾਵਾਂਗੇ ਵੀ ਪ੍ਰਭੂ ਨੂੰ ਵੀ ਦਿਖੂਗਾ ਕਿ ਵਾਕਈ ਯਾਰ ਭੁੱਖ ਪਿਆਸ ਆ। ਅੱਜ ਵੀ ਜਦੋਂ ਕੋਈ ਬੰਦਾ ਆਉਂਦਾ ਚਰਚ, ਸਾਨੂੰ ਪਤਾ ਲੱਗਦਾ ਵਾ ਕਿ ਕਿਸ ਬੰਦੇ ਦੇ ਅੰਦਰ ਭੁੱਖ ਪਿਆਸ ਹੈਗੀ ਆ, ਔਰ ਆਪਾਂ ਬੰਦੇ ਨੂੰ ਰਾਈਟ ਟਾਈਮ ਚਰਚ ਤੇ ਦੇਖਦੇ ਹਾਂ, ਸੇਵਾ ਕਰਦਿਆਂ ਦੇਖਦੇ ਹਾਂ, ਬੀਜ ਬੋਂਦਿਆਂ, ਪੈਸਾ ਬੋਂਦਿਆਂ ਦੇਖਦੇ ਹਾਂ, ਖੁਦਾ ਦਾ ਕੰਮ ਕਰਦਿਆਂ ਦੇਖਦੇ ਹਾਂ, ਸਾਨੂੰ ਪਤਾ ਲੱਗਦਾ ਕਿ ਇਹ ਬੰਦਾ ਸਹੀ ਕੰਮ ਕਰ ਰਿਹਾ, ਖੁਦਾਵੰਦ ਇਹਨੂੰ ਬਲੈਸ ਕਰੂਗਾ। ਤੇ ਜਿਹੜੇ ਬੰਦੇ ਨੂੰ ਸੋਚੋ ਕਿ ਮੈਂ ਕਹਿ ਰਿਹਾ ਆ ਜਾ ਭਾਈ, ਆ ਜਾ ਭਾਈ, ਆ ਜਾ ਭਾਈ, ਆ ਜਾ ਭਾਈ, ਕੀ ਖੁਦਾ ਉਹਦੇ ਕੋਲੋਂ ਕੀ ਪ੍ਰਾਪਤ ਕਰੂਗਾ? ਤੁਸੀਂ ਦੱਸੋ ਮੈਨੂੰ। ਮੇਰੀ ਪ੍ਰੇਅਰ ਕੀਤੀ ਵੀ ਉਹਦੇ ਲਾਈਫ ਦੇ ਵਿੱਚ ਕੰਮ ਨਹੀਂ ਕਰੂਗੀ, ਕਿਉਂਕਿ ਖੁਦਾ ਨੂੰ ਪਤਾ ਕਿ ਭਾਈ ਤੂੰ ਜਿੰਨੀ ਮਰਜ਼ੀ ਪ੍ਰੇਅਰ ਕਰ ਲਾ, ਇਹਦੇ ਅੰਦਰ ਭੁੱਖ ਹੈ ਨਹੀਂ ਆ, ਤੇ ਇਹਨੂੰ ਕਿੱਦਾਂ ਮਿਲ ਸਕਦੀ ਹੈ ਚੀਜ਼?
ਅੱਜ ਵੀ मैं तुहानूं सब नूं पता कि मैं बाहर जाना, कल सवेरे शुक्रवार मैं चले जाना 8 बजे। मैं किसी नूं कह रहा कि देखो मैं बाहर भुख सहंदा, नींदरा सहंदा। मैनूं पता कि किन्ना औखा हुंदा नींदरा सहना। किते देखियो तुसीं 2 दिन नहाउण दा नींदरा देखियो चा के, तीजे दिन तुहाडी बॉडी नूं पता लगूगा कि की हुंदा। तुहाडीआं नसां ना फटणगीआं, तुहाडा शरीर दीआं नाड़ियां ना दर्द करनगीआं, तां क्यों। और मैं कहा कि मैं मेहनत करदा लोकां दे लई। यार चर्च में लोग आ रहे, खुदावंद ब्लैस करे, इन्हां दे बंधन टुटन छुटकारे होण। पर अगर जिन्हां नूं मैं ब्लैस कर रहा अगर वो जोग नहीं होए तो वो मसा उन्हां दी जिंदगी च आउणा ही नहीं है। पिछों भावें मैं जिन्ना मर्जी आत्मा नाल भर के आवां, रब दी शक्ति नाल भर के आवां, पर जे अगला बंदा जोग नहीं हैगा ना, वो हीलिंग लैण दे ते उहनूं मिलनी नहीं हैगी। सोचो कि अगला बंदा उत्थे पैग ला के आ रहा, तंबाकू ला के आ रहा, सिगरट पी के आ रहा, गंदियां मूवियां देख के आ रहा, गंदियां गल्लां करके आ रहा, रब दे नां नूं कोई प्रेयर नहीं, कोई फास्टिंग नहीं, कोई भुख नहीं, कोई प्यास नहीं, कोई पवित्रता ही नहीं, की प्राप्त करूगा वो? दसो मैनू की प्राप्त करूगा? ਉਹਦੀ लाइफ किदां हीलिंग घुसेगी ਉਹਦੀ लाइफ उत्थे मैं 3 वारी हाथ 4 वारी पूरी मीटिंग च उत्ते मैं हाथ रख के प्रचार करी जावां, ਉਹਨੂੰ तज भी कुछ नहीं मिलना। तो जिहड़ा बंदा अगे राइट आ ना, उन्हें सिर्फ ये मूँह दे शब्द कन्नां नाल सुन के प्राप्त कर लेना, क्योंकि खुदा नूं पता कि आ बंदा राइट आ, बंदा इनू ये चीज़ मिले। किन्ने नूं आपां समझ लगदी पई आ। अज अगर खुदावन ने तुहानूं बुलाया ना, तुहानूं बुलाया, तुहानूं की लगदा कि सिर्फ खुदा ने इदां ही तुसीं आ गए, बस इदां ही चलदे फिरदे आ गए? खुदा दी योजना दे नाल तुसीं आए आ। अपने महल्ले दे विचों तुसीं चुने गए आ, होर भी आ सकदे सी, पर खुदा ने तुहाडे ते मोहर लाई आ, तुहाडे ते ओहदा अनुग्रह होया वा, तां तुहानूं उहने बुलाया। अज बाकी लोग भी उदा ही होणगे लाइफ में, उदा ही संघर्षां च, बीमारियां च, नशियां च, पत्तियां ने सारा कुछ उदा ही चल रहा, पर तुहानूं तुहाडे ते खुदा की किरपा होगी, तुहानूं खुदा ने अपने कोल बुला लिया। तो जे बुलाया वा तो फिर सानूं पता करना कि खुदावंद बुलाया क्यों वा। मैनूं मेरे ते अपनी मर्जी जाहिर कर, खुदावंद किहड़े काम लई बुलाया तू प्रभु, मैनूं दस, है ना। मेरी लाइफ में किहड़ी काम आ खुदावंद, तू किस काम लई मैनूं चुनिया, मैनूं दस। तो जदों आपां इस रीति नाल चलांगे ना, फिर चंगियाइयां, बरकतां, छुटकारे अपने आप लाइफ में आउणगे, अपने आप। जदों मैं आया सीगा ना, मैं आया सी जलंधर दे विच, मैं ऐसियां दुष्ट आत्मा की जकड़ दे विच सी ना, ऐसियां दुष्ट आत्मा ने जकड़िया सीगा, मैं सिर्फ कहंदा सी खुदावंद मरण तो पहला एक दिन मैनूं चंगा कर दे, मैं देख लवां कि चंगाई की जिंदगी एक दिन भोग ला, एक दिन भोग ला बस, कि शरीर नूं वेखां कि यार छुट गया शैतान तो शरीर मेरा, एक दिन अगले दिन मार दे प्रभु, मैनूं एक दिन दे दे। रोंदा से प्रभु ने जो कोल आया, और जिद्दां जिद्दां प्रभु ने मैनूं कहा उद्दां उद्दां मैं करना शुरू किया। मैं जलंधर दे विच जा लिटरेचर पढ़ना शुरू किया। जो खुदावन ने कहा मैनूं चर्च दे विच सेवा लई, दरियां विछाउण दी, चानियां लाउण दी, लंगर कट्टण दी, जे वो करन दी, सारियां दरियां झाड़ झाड़ के करना, सारा कुछ करना। फिर जो मीटिंग हो जानी, चानियां उतारनियां, दरियां कट्ठियां करनियां, उन्होंने रखना, सही करना, संगत के झूठे भांडे साफ करने, रब दे दास की फिर पुछना कि दसो की सेवा जी, मैनूं दसो, काम करने। और जेडे बंधन सी ना, बंधन अपने आप ऐ टुटते गए, अपने आप टुटते गए। तो जड़ा शैतान मैनू डराउंदा सी, सचमुच प्रभु ने कहा तेरे को डरूगा, और सचमुच वो चीज़ होने शुरू हो गई। इन्ना ज़्यादा खुदा की समर्था, ताकत मेरी लाइफ में आउण लग पई कि फिर मैं उसे चर्च दे विच, देखो जिस चर्च विच मैं बंधना दे विच आया सीगा, उसे चर्च विच खुदावंद मैनूं इस्तेमाल करन लग पिया। किहने कहना मेरे लिए प्रेयर कर दो जी, पर उस समय पास्टर नहीं सी, एज ए विश्वासी सी, वलंटियर सीगा। और प्रेयर लाइफ अप हुंदी गई, पवित्रता ही वधदी गई। सिर्फ अपनी लाइफ नूं साफ किया मैं। प्रभु ने कहा गंदगी दे विच नहीं रहना, जे तू चाहुंदा वा कि तैनूं छुटकारा मिले, गंदगी दी लाइफ चों निकल आ बाहर, गंदे कम्मां चों निकलिया बाहर, और निकलिया कि मैनूं गंदगी वाली लाइफ नहीं चाहिए, क्योंकि साडा रब पवित्र आ, वो पवित्र परमेश्वर आ। जे तुसीं उहदे नाल जुड़ना चाहुंदे आ, उहदीआं बरकतां नूं लैणा चाहुंदे आ, फिर लाइफ साफ करनी होगी। इदां नहीं चलना कि चुटकियां काढ़ के बाद चर्च बैठ जाओ, प्रेयर च बैठ दो तो खुदावन सुनूगा, नहीं। जिन्नी मर्जी तुसीं फास्टिंग कर लो, जो मर्जी कर लो, अगर लाइफ साफ नहीं आ तो खुदावन दी बरकतां आनियां नहीं जिंदगी दे विच।
क्योंकि वो कोई बाबा नहीं है कि जरा कह कि चल भाई बकरा चार दे मुर्गा चार दे कोई नहीं तेरे ते मंत्र मार वाजी जाना। वो जीवत परमेश्वर आ। वो कहता मैं पवित्र हाँ, तो तुसी भी की बनो पवित्र। बाइबल ਦੇ ਵਿੱਚ ਪਰਮੇਸ਼ਰ ਨੇ ਕਿਹਾ, ਪ੍ਰਭੂ ਨੇ ਕਿਹਾ ਜਦੋਂ ਕਿਸੇ ਦੇ ਘਰ ਵਿੱਚ ਜਾਂਦੇ ਆ, ਕਿਸੇ ਦੇ ਕੋਲ ਜਾਂਦੇ ਆ, ਉਹਨਾਂ ਨੂੰ ਬਰਕਤ ਦਿਓ। ਪ੍ਰਭੂ ਨੇ ਕਿਹਾ ਜੇ ਤੇ ਲੈਣ ਦੇ ਯੋਗ ਹੈਗੇ ਬਰਕਤ ਤੇ ਫਿਰ ਤੁਹਾਡੀ ਬਰਕਤ ਠਹਿਰ ਜੂਗੀ, ਤੇ ਜੇ ਉਹ ਯੋਗ ਨਹੀਂ ਹੋਏ ਤੁਹਾਡੀ ਬਰਕਤ ਤੁਹਾਡੇ ਕੋਲ ਹੀ ਆ ਜੂਗੀ। ਹੋਰ ਮੈਂ ਕਲੀਸਿਆ ਨੂੰ ਕਹਿੰਦਾ ਕਿ ਮੈਂ ਜੋ ਮਿਹਨਤ ਕਰਕੇ ਖੁਦਾ ਕੋਲ ਪ੍ਰਾਪਤ ਕਰਕੇ ਲਿਆਂਦਾ ਵਾ, ਮੈਂ ਤੁਹਾਨੂੰ ਦੇਣ ਦੇ ਲਈ ਲਿਆਂਦਾ, ਵਾਪਸ ਲਿਆਉਣ ਦੇ ਲਈ ਨਹੀਂ ਲਿਆਂਦਾ ਕਿ ਵੀ ਮੈਂ ਤੁਹਾਨੂੰ ਦੇਣ ਦੇ ਲਈ ਲਿਆਂਦਾ। ਮੈਂ ਫਿਰ ਅਗਲੇ ਹਫਤੇ ਮਿਹਨਤ ਕਰਕੇ ਫਿਰ ਪ੍ਰਾਪਤ ਕਰ ਲੈਣਾ, ਫਿਰ ਮੇਰਾ ਤੇ ਕੰਮ ਹੀ ਹੋਵਾ। ਪਰ ਜੇ ਤੁਹਾਡੀਆਂ ਅੱਜ ਅਗਰ ਤੁਹਾਡੀ ਲਾਈਫ ਦੇ ਵਿੱਚ ਛੁਟਕਾਰੇ ਬਰਕਤਾਂ ਨਹੀਂ ਵੱਧ ਰਹੇ, ਤੇ ਫਿਰ ਆਪਣੀ ਲਾਈਫ ਨੂੰ ਸਹੀ ਕਰੋ ਤੁਸੀਂ, ਹੈ ਨਾ। ਫਿਰ ਆਪਣੀ ਲਾਈਫ ਨੂੰ ਸਹੀ ਕਰੋ, ਦੇਖੋ ਕਿੱਥੇ ਕਮੀ ਕਮਜ਼ੋਰੀ ਆ, ਕਿੱਥੇ ਪ੍ਰੋਬਲਮ ਆ, ਆਪਣੀ ਲਾਈਫ ਵਿੱਚੋਂ ਕੱਢੋ ਉਹਨਾਂ ਚੀਜ਼ਾਂ ਨੂੰ। ਤੇ ਦੇਖੋ ਫਿਰ ਐਤਵਾਰ ਦਾ ਉਹੀਓ ਦਿਨ ਜੇ ਤੁਸੀਂ ਭੰਗੜੇ ਨਾ ਪਾਓਗੇ, ਇੱਦਾਂ ਦਾ ਮਸਾ ਹੋਗਾ, ਤੇ ਮੈਨੂੰ ਤੁਸੀਂ ਕਿਉਂ। ਇਸ ਲੜਕੇ ਨੂੰ ਦੇਖਿਆ ਨਾ, ਪਿੱਛੇ ਦੇਖਾ ਬੈਠਾ ਹੋਇਆ ਲੜਕਾ, ਕਿੱਦਾਂ ਉਹ ਭੰਗੜੇ ਪਾਉਣ ਲੱਗ ਪਿਆ, ਮਸਾ ਛੋਇਆ। ਮੈਂ ਕਿ ਸਾਰੀ ਤੁਸੀਂ ਨਾ ਬੰਧਨ ਟੁੱਟਣ ਕੇ ਕੜਕ ਕੜਕ ਕਰਦੇ ਤਦ ਕਿਉਂ ਤੁਸੀਂ ਮੈਨੂੰ। ਪਰ ਅੱਜ ਵੀ ਆਪਾਂ ਸਾਨੂੰ ਲੱਗਦਾ ਕਿ ਬਸ ਪਾਸਟਰ ਜੀ ਸਾਰਾ ਕੁਝ ਕਰੀ ਜਾਣ, ਉਹਨਾਂ ਦੀ ਰਿਸਪੌਂਸਿਬਿਲਿਟੀ ਹੈ ਮੈਨੂੰ ਚੰਗਾ ਕਰਨਾ। ਭਾਈ ਉਹਦੀ ਤੇ ਹੈਗਾ, ਪਰ ਸਾਡੀ ਬਹੁਤ ਵੱਡੀ ਆ। ਸਾਨੂੰ ਵੀ ਪਹਿਲੇ ਨੰਬਰ ਤੇ ਆਪਣੇ ਆਪ ਨੂੰ ਸਾਫ਼ ਕਰਨਾ ਹੋਊਗਾ। ਜੇ ਉਹ 2 ਦਿਨ ਲਗਾਤਾਰ ਫਾਸਟਿੰਗ ਪ੍ਰਾਰਥਨਾ ਕਰ ਰਿਹਾ ਮੇਰੇ ਵਾਸਤੇ, ਤੇ ਫਿਰ ਮੈਂ ਇੱਕ ਦਿਨ ਨਹੀਂ ਕਰ ਸਕਦਾ ਆਪਣੇ ਵਾਸਤੇ। ਜੇ ਉਹ ਮੇਰੇ ਲਈ ਖੁਦਾ ਦੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ, ਤੇ ਫਿਰ ਕੀ ਮੈਂ ਨਹੀਂ ਕਰ ਸਕਦਾ ਆਪਣੇ ਆਪ ਨੂੰ। ਅਗਰ ਉਹ ਮੇਰੇ ਪਰਿਵਾਰਾਂ ਦੇ ਲਈ, ਛੁਟਕਾਰਿਆਂ ਦੇ ਲਈ ਉਹ ਮਿਹਨਤ ਕਰ ਰਿਹਾ, ਤੇ ਕੀ ਮੈਂ ਆਪਣੇ ਪਰਿਵਾਰਾਂ ਲਈ ਮੈਂ ਨਹੀਂ ਫਿਰ ਮਿਹਨਤ ਕਰ ਸਕਦਾ। ਹਾਲੇਲੂਇਆ। ਅੱਜ ਵੀ ਖੁਦਾ ਨੇ ਸਾਨੂੰ ਆਪਣੇ ਕੋਲ ਬੁਲਾਇਆ, ਆਪਾਂ ਡਿਊਟੀ ਲੈਣੀ ਆ। ਅੱਜ ਕਹਿਣਾ ਵਾ ਕਿ ਖੁਦਾਵੰਦ ਮੈਂ ਵੀ ਤੇਰੇ ਰਾਜ ਵਿੱਚ ਹਿੱਸਾ ਪਾਉਣਾ ਚਾਹੁੰਦਾ, ਮੈਨੂੰ ਵੀ ਆਪਣੇ ਰਾਜ ਵਿੱਚ ਕੰਮ ਦੇ। ਜੇ ਪ੍ਰਭੂ ਤੁਹਾਨੂੰ 5 ਦੇ ਸਕਦਾ, 2 ਦੇ ਸਕਦਾ, ਮੈਨੂੰ ਘੱਟੋ ਘੱਟ 1 ਤੇ ਦੇ ਪ੍ਰਭੂ, ਥੋੜਾ ਹੀ ਦੇ। ਜਿੰਨਾ ਦੇਂਗਾ ਪ੍ਰਭੂ ਮੈਂ ਉੱਥੇ ਖੜਾ ਉਤਰੂੰਗਾ, ਮੈਂ ਉਹਨੂੰ ਵਫਾਦਾਰੀ ਨਾਲ ਕੰਮ ਕਰੂੰਗਾ। ਹਾਲੇਲੂਇਆ। ਬਾਈਬਲ ਦੇ ਵਿੱਚ ਇੱਕ ਵਚਨ ਆ, ਪ੍ਰਭੂ ਕਹਿੰਦਾ ਜਿਹੜਾ ਬੰਦਾ ਥੋੜੇ ਦੇ ਵਿੱਚ ਵਫਾਦਾਰ ਆ ਨਾ, ਪ੍ਰਭੂ ਕਹਿੰਦਾ ਮੈਂ ਇਹਨੂੰ ਬਹੁਤੇ 'ਚ ਵੀ ਵਫਾਦਾਰ ਕਰੂੰਗਾ। ਔਰ ਮੈਂ ਤੁਹਾਨੂੰ ਸੱਚ ਦੱਸਦਾ, ਇਨਸਾਨ ਝੂਠ ਬੋਲ ਸਕਦਾ, ਇਨਸਾਨ ਮੁੱਕਰ ਸਕਦਾ, ਪਰ ਖੁਦਾ ਕਦੀ ਝੂਠ ਨਹੀਂ ਬੋਲਦਾ, ਤੇ ਖੁਦਾ ਕਦੀ ਮੁੱਕਰ ਨਹੀਂ ਸਕਦਾ। ਜੇ ਉਹਨੇ ਕਿਹਾ ਵਾ ਤੇ ਫਿਰ ਉਹ ਕਰਦਾ ਵੀ ਆ। ਪਰ ਪ੍ਰੋਬਲਮ ਕਿੱਥੇ ਆ ਕਿ ਅਸੀਂ ਥੋੜੇ 'ਚ ਵਫਾਦਾਰ ਹੈਗੇ ਆ। ਜੇ ਪਰਮੇਸ਼ਰ ਨੇ ਸਾਨੂੰ 10 ਰੁਪਏ ਦਿੱਤੇ ਆ, ਤੇ ਪ੍ਰਭੂ ਕਹਿੰਦਾ ਇਹ 9 ਪਾਈ ਤੇਰੇ ਆ, 1 ਰੁਪਇਆ ਮੇਰੇ ਰਾਹ ਚਲਾ ਦੇ। ਤੇ ਜੇ ਤੇ ਅਸੀਂ ਉਹ 'ਚ ਵਫਾਦਾਰ ਹੋਵਾਂਗੇ, ਫਿਰ ਉਹ ਸਾਨੂੰ 100 ਦਊਗਾ ਕਿ ਭਾਈ ਮੈਨੂੰ 10 ਰੁਪਏ ਦੇ ਕੇ ਦੇਖਿਆ, ਵਾਕਿਆ ਇਹਨੇ 9 ਕੋਲ ਰੱਖੇ ਤੇ 1 ਮੇਰੇ ਰਾਹ ਚਲਾਤਾ। ਫਿਰ ਪ੍ਰਭੂ 100 ਦਊਗਾ ਕਿ ਭਾਈ 90 ਤੇਰੇ ਤੇ 10 ਕੀ ਕਰਦੇ ਮੇਰੇ ਰਾਹ ਚਲਾ ਦੇ। ਤੇ ਜੇ ਆਪਾਂ ਪਹੁੰਚੀ ਵਫਾਦਾਰੀ ਦਿਖਾਉਣੇ ਆ, ਹਰ ਰੋਜ਼ 100 ਆਉਂਦਾ, ਆਪਾਂ 90 ਰੱਖਦੇ ਆ 10 ਪ੍ਰਭੂ। ਫਿਰ ਪ੍ਰਭੂ ਇੱਕ ਦਿਨ 1000 ਸਾਨੂੰ ਦਊਗਾ ਕਿ ਦੇਖਦੇ ਹੁਣ ਇਹ ਕੀ ਕਰਦਾ। ਤੇ ਜਦੋਂ 1000 ਦਿੱਤਾ, ਪ੍ਰਭੂ ਕਹਿੰਦਾ 900 ਤੇਰੇ ਤੇ 100 ਮੇਰੇ ਰਾਹ ਚਲਾ ਦੇ। ਤੇ ਜੇ ਅਸੀਂ ਉਹ 'ਚ ਵਫਾਦਾਰ ਆ, ਫਿਰ ਪ੍ਰਭੂ ਇੱਕ ਦਿਨ ਵਧਾਵੇਗਾ। ਮੇਰੀ ਸਟਾਰਟਿੰਗ ਜਿਹੜੀ ਖੁਦਾ ਦੇ ਵੱਲੋਂ ਬਰਕਤ ਸ਼ੁਰੂ ਹੋਈ ਸੀਗੀ ਨਾ, 10 ਰੁਪਏ ਤੋਂ ਹੋਈ ਸੀ ਸ਼ੁਰੂ, 10 ਰੁਪਏ ਤੋਂ। ਔਰ ਮੈਂ ਵਫਾਦਾਰੀ ਰੱਖੀ ਅੱਜ ਤੱਕ। ਵਫਾਦਾਰੀ ਜੋ ਖੁਦਾ ਨੇ ਦੇਣਾ, 1000 ਦਿੱਤਾ, ਪਤਾ ਕਿ ਇਹ ਮੇਰੇ ਆ 900 ਤੇ 100 ਪ੍ਰਭੂ ਦੇ ਰਾਜ ਦੇ ਲਈ। ਵਫਾਦਾਰੀ। ਔਰ ਕਿੱਥੇ 10 ਰੁਪਏ ਸਟਾਰਟਿੰਗ ਹੋਈ ਸੀ ਮੇਰੀ, ਔਰ ਕਿੱਥੇ ਮੈਂ ਮਹੀਨੇ ਦਾ 50 ਰੁਪਏ ਦਸਮਾਂਸ਼ ਕਰਦਾ ਸੀ, 50 ਰੁਪਏ। ਔਰ ਅੱਜ ਅਗਰ ਦੇਖੋ ਤੇ ਪ੍ਰਭੂ ਦੀ ਕਿਰਪਾ ਨਾਲ 5000 ਦਸਮਾਂਸ਼ ਆ। ਕਿਉਂ? ਵਫਾਦਾਰੀ, ਸੱਚਾਈ, ਭਰੋਸਾ। ਪ੍ਰਭੂ ਕਹਿੰਦਾ ਜੇ ਤੂੰ ਥੋੜੇ 'ਚ ਵਫਾਦਾਰ ਹੈ ਤੇ ਮੈਂ ਤੈਨੂੰ ਵਧਾਵਾਂਗਾ ਵੀ, ਤੈਨੂੰ ਮੈਂ ਬਹੁਤੇ 'ਚ ਵੀ ਕਰੂੰਗਾ। ਜਦੋਂ ਆਪਾਂ ਰੈਂਟ ਦੇ ਉੱਪਰ ਸੀਗਾ, ਔਰ ਉਸ ਸਮੇਂ ਮੈਂ ਇੱਥੇ ਨੁੱਕਰ 'ਤੇ ਸੀ, 2000 ਰੈਂਟ ਦਿੰਦਾ ਸੀਗਾ। ਮੇਰੇ ਬ੍ਰਦਰ ਨੇ ਮੈਨੂੰ ਕਿਹਾ, ਉਸ ਸਮੇਂ ਕਰੋਨਾ ਦਾ ਸੀਜ਼ਨ ਚੱਲਿਆ, ਔਰ ਮੇਰੇ ਬ੍ਰਦਰ ਦੀਆਂ ਕਿਸ਼ਤਾਂ ਟੁੱਟ ਗਈਆਂ। ਉਹਨੇ ਮੈਨੂੰ ਕਿਹਾ ਕਿ ਮੈਂ ਇਹ ਘਰ ਸੇਲ ਕਰ ਦੇਣਾ, ਤੂੰ ਲੈਣਾ। ਮੇਰੀ ਵਾਈਫ ਕਹਿੰਦੀ ਕਿ 20000 ਕਿਸ਼ਤ ਜਾਂਦੀ ਆ ਇਸ ਘਰ ਦੀ। ਅਗਰ ਭਾਜੀ ਹੁਣੀ ਬਿਜ਼ਨਸਮੈਨ ਆ, ਉਹਨਾਂ ਕੋਲ ਨਹੀਂ ਹੋ ਰਿਹਾ, ਆਪਾਂ ਕਿੱਥੇ ਕਰਾਂਗੇ, ਛੱਡੋ ਆਪਾਂ ਨਹੀਂ ਲੈਣਾ। ਮੇਰੇ ਦਿਮਾਗ ਦੇ ਵਿੱਚ ਆਇਆ ਕਿ ਯਾਰ ਕਿਰਾਇਆਂ ਦੇ ਉੱਤੇ ਚਰਚ ਲੱਗਣੇ ਸੌਖੇ ਤੇ ਹੈ ਨਹੀਂ ਆ, ਹੈ ਨਾ। ਲੋਕ ਵਿਰੋਧ ਕਰਦੇ,
मैं प्रभु दे अगे प्रेयर की कि प्रभु मेरी मदद करी, मैं तेरे भरोसा रख के तेरे ते मैं लै लैन लगा। मैं उन्होंने कहा कि हाँ मैं ले लूँगा, किस्तां मैं दे दूँगा। कहता ठीक है। उस समय इत्थे चर्चा असीं लगाउंदे सी ਉਹਦੇ घर ਦੇ ਵਿੱਚ, ਔਰ ਉੱਥੋਂ ਬਾਅਦ ਇੱਥੇ ਹੀ ਉਹਨੇ ਦਿੱਤੇ ਕਾਗਜ਼ ਸਾਨੂੰ ਕਿ ਅੱਜ ਤੋਂ ਬਾਅਦ ਤੁਹਾਡੀਆਂ ਕਿਸ਼ਤਾਂ। ਉਸ ਸਮੇਂ 3-4 ਕਿਸ਼ਤਾਂ 20-20 ਹਜ਼ਾਰ ਦੀਆਂ ਰੁਕੀਆਂ ਪਈਆਂ ਸੀਗੀਆਂ ਤੇ ਬੈਂਕ ਵਾਲੇ ਘਰ ਆ ਰਹੇ ਸੀਗੇ। ਉਸ ਤੋਂ ਬਾਅਦ ਜਦੋਂ ਲਿਆ, ਵਾਕਿਆ ਹੀ ਖੁਦਾ ਨਾਲ ਹੋਇਆ, ਕਿਸ਼ਤੀ ਵੀ ਜਾਂਦੀ ਗਈ ਤੇ ਜਿਹੜੀਆਂ ਪੈਂਡਿੰਗ ਸੀਗੀਆਂ ਕਿਸ਼ਤਾਂ ਉਹ ਵੀ ਕਲੀਅਰ ਹੋਈਆਂ। ਔਰ ਉਸ ਸਮੇਂ ਸਿਰਫ ਚਾਨਣੀਆਂ ਸੀਗੀਆਂ। ਅੱਜ ਦੇਖੋ ਆਪਾਂ ਅੱਛੇ ਸੋਹਣੀਆਂ ਮੈਟਾਂ ਦੇ ਉੱਤੇ ਆ ਗਏ ਹਾਂ, ਛੱਤ ਪੈ ਗਈ ਉੱਪਰ। ਕਿਉਂ ਨਹੀਂ ਖੁਦਾਵੰਦ ਵਧਾਉਂਦਾ? ਵਿਸ਼ਵਾਸ ਤੇ ਦਿਖਾਓ ਆਪਣਾ ਖੁਦਾ ਨੂੰ, ਦਿਖਾਓ ਕਿੰਨਾ ਭਰੋਸੇਯੋਗ ਆ ਤੁਸੀਂ। ਤੁਹਾਡੀ ਹੀਲਿੰਗ, ਪ੍ਰਭੂ ਕਹਿੰਦਾ ਮੈਂ ਤੇਰੀ ਇੱਕ ਨੂੰ ਠੀਕ ਕੀਤਾ। ਪ੍ਰਭੂ ਬਾਕੀ ਬੋਡੀ ਦੀ ਵੀ ਬਿਮਾਰੀ ਕੱਢ ਸਕਦਾ ਤੇ ਕੱਢਦਾ ਵੀ ਆ। ਪ੍ਰਭੂ ਕਹਿੰਦਾ ਉਹ ਹੀਲਿੰਗ ਲਈ ਉਸ ਤੋਂ ਬਾਅਦ ਤੂੰ ਕੀ ਕੀਤਾ? ਕਿੰਨੀ ਤੇਰੀ ਤੂੰ ਪ੍ਰੇਅਰ ਲਾਈਫ ਲਈ ਆ, ਕਿੰਨੀਆਂ ਬੁਰਾਈਆਂ ਛੱਡੀਆਂ, ਕਿੰਨੀ ਆਤਮਿਕ ਸੰਗਤੀ ਦੀ ਕਦਰ ਕੀਤੀ ਆ, ਕਿੰਨੀ ਉਸ ਮਸਾ ਦੀ ਕਦਰ ਕੀਤੀ ਆ, ਕਿੰਨੀ ਉਸ ਸੱਚੇ ਪਰਮੇਸ਼ਰ ਦੀ ਕਦਰ ਕੀਤੀ ਆ, ਤੇ ਉਸ ਤੋਂ ਬਾਅਦ ਤੂੰ ਕੀ ਕੀਤਾ? ਤੇ ਜਦੋਂ ਅਸੀਂ ਸੱਚਮੁੱਚ ਉਹਦੀ ਕਦਰ ਦਿਖਾਉਂਦੇ ਹਾਂ ਕਿ ਵਾਕਿਆ ਖੁਦਾਵੰਦ ਤੂੰ ਮੈਨੂੰ ਇੱਥੋਂ ਚੰਗਾ ਕੀਤਾ ਨਾ, ਤੇ ਖੁਦਾਵੰਦ ਨੇ ਦੇਖ ਮੈਂ ਬੁਰਾਈ ਛੱਡ ਦਿੱਤੀ, ਇਹ ਬੁਰੇ ਕੰਮ ਛੱਡ ਦਿੱਤੇ, ਇਹ ਨਸ਼ੇ ਛੱਡ ਦਿੱਤੇ, ਇਹ ਬੁਰੀਆਂ ਸੰਗਤੀਆਂ ਛੱਡ ਦਿੱਤੀਆਂ, ਆਪਣਾ ਜੀਵਨ ਪ੍ਰਭੂ ਤੈਨੂੰ ਦੇ ਦਿੱਤਾ, ਫਿਰ ਪ੍ਰਭੂ ਬਾਕੀ ਪ੍ਰੋਬਲਮ ਵੀ ਸਾਡੀ ਲਾਈਫ ਵਿੱਚੋਂ ਕੱਢਦਾ ਵਾ। ਮੈਂ ਜਿਸ ਸਮੇਂ ਚਰਚ ਦੇ ਵਿੱਚ ਆਇਆ ਸੀਗਾ, ਮੈਂ ਕੁਝ ਸਿਰਫ ਹੀਲਿੰਗ ਪ੍ਰਾਪਤ ਕੀਤੀ ਸੀ ਪ੍ਰਾਰਥਨਾ ਕਰਾਉਣ ਦੇ ਦੁਆਰਾ। ਬਾਕੀ ਜਿਹੜੀ ਹੀਲਿੰਗ ਸੀ, ਖੁਦਾ ਨੇ ਮੈਨੂੰ ਇੱਕੋ ਗੱਲ ਕਹੀ ਸੀ ਕਿ ਤੂੰ ਆਪਣੀ ਲਾਈਫ ਨੂੰ ਚੇਂਜ ਕਰ, ਇਹ ਹੀਲਿੰਗ ਤੱਦੇ ਤੇਰੀ ਬੋਡੀ 'ਚ ਆਉਣੀ ਆ, ਤੇਰਾ ਛੁਟਕਾਰਾ ਤੇਰੇ ਚਾਲ ਚੱਲਣ ਦੇ ਦੁਆਰਾ ਤੇਰੀ ਲਾਈਫ ਵਿੱਚ ਆਉਣਾ। ਹੁਣ ਤੂੰ ਦੇਖ, ਤੂੰ ਜਲਦੀ ਛੁਟਕਾਰਾ ਚਾਹੁੰਦਾ ਕਿ ਲੇਟ ਚਾਹੁੰਦਾ? ਮੈਂ ਕਿਹਾ ਪ੍ਰਭੂ ਮੈਂ ਤਾਂ ਜਲਦੀ ਚਾਹੁੰਦਾ। ਕਿਉਂਕਿ ਆਪਣੇ ਆਪ ਨੂੰ ਉਹਨਾਂ ਜਲਦੀ ਬਦਲ, ਔਰ ਮੈਂ ਜਲਦੀ ਬਦਲਣਾ, ਸਭ ਕੁਝ ਛੱਡਤਾ, ਸਭ ਕੁਝ ਜਲਦੀ ਛੱਡੀ ਜਾਣਾ। ਬਸ ਪਤਾ ਲੱਗਣਾ ਵਚਨ 'ਚ ਗਲਤ ਕੀ ਆ, ਛੱਡ ਦਿੱਤਾ। ਪਤਾ ਲੱਗਣਾ ਕਿ ਕਰਨਾ ਕੀ ਆ, ਉਹਨੂੰ ਫੜ ਲਿਆ ਕਿ ਮੈਨੂੰ ਇੱਦਾਂ ਦੀ ਪ੍ਰੇਅਰ ਲਾਈਫ ਲੈਣੀ ਆ, ਉਨੀ ਪ੍ਰੇਅਰ ਲਾਈਫ ਲੈ ਲਈ, ਇੱਦਾਂ ਦੀ ਫਾਸਟਿੰਗ ਲਾਈਫ ਉੱਦਾਂ ਹੀ, ਇੱਦਾਂ ਦਾ ਕੰਮ ਕਰਨਾ ਉੱਦਾਂ ਹੀ, ਆਹ ਸੇਵਾ ਲਓ ਜੀ, ਇਹ ਵੀ ਸੇਵਾ। ਜੋ ਕੁਝ ਪਤਾ ਲੱਗਾ ਕਿ ਖੁਦਾ ਦੀ ਪਲੈਨਿੰਗ ਆ, ਉਹਨੂੰ ਪਕੜਦਾ ਗਿਆ ਤੇ ਖੁਦਾ ਨੇ ਬਲੈਸ ਕਰਦਾ ਗਿਆ। ਔਰ ਅੱਜ ਦੇਖ ਲਓ ਖੁਦਾਵੰਦ ਦੂਜਿਆਂ ਦੇ ਲਈ ਇਸਤੇਮਾਲ ਕਰ ਰਿਹਾ, ਚੰਗਾਈਆਂ ਲਈ, ਛੁਟਕਾਰਿਆਂ ਲਈ, ਦੁਸ਼ਟ ਆਤਮਾ ਤੋਂ ਆਜ਼ਾਦੀ ਦੇ ਲਈ। ਕਾਰਨ ਕਿ ਉਹੀਓ ਮੇਰਾ ਪਰਮੇਸ਼ਰ, ਉਹੀਓ ਤੁਹਾਡਾ ਵਾ। ਬਟ ਪ੍ਰੋਬਲਮ ਕਿੱਥੇ ਆ? ਸਾਡਾ ਭਰੋਸੇਯੋਗ ਹੋਣਾ। ਪ੍ਰਭੂ ਕਹਿੰਦਾ ਇਹਨੇ 5 ਕਮਾਇਆ, ਇਹਨੂੰ 10 ਕਰ ਦੇ, ਇਹਨੇ 2 ਕਮਾਏ, ਇਹਦੇ 4 ਕਰ ਦੇ, ਤੇ ਇੱਕ ਵਾਲੇ ਨੇ ਕੁੱਖ ਨਹੀਂ ਕੀਤਾ, ਮਿੱਟੀ 'ਚ ਦੱਬਿਆ, ਇਹਦੇ ਕੋਈ ਵੀ ਲੈ ਲਾ, ਇਹਨੂੰ ਬੰਨ ਕੇ ਬਾਹਰ ਸੁੱਟ ਦੇ, ਕਿਉਂਕਿ ਇਹ ਇਸੇ ਲਾਇਕ ਆ ਕਿ ਇਹਨੂੰ ਪ੍ਰਭੂ ਦੇ ਰਾਜ ਵਿੱਚ ਕੰਮ ਕਰਨਾ ਇੱਕ ਸ਼ਰਮ ਦੀ ਗੱਲ ਲੱਗੀ, ਪ੍ਰਾਰਥਨਾ ਕਰਨਾ ਇਹਨੂੰ ਇੱਕ ਸ਼ਰਮ ਦੀ ਗੱਲ ਲੱਗੀ, ਬੀਜ ਬੋਣਾ ਇਹਨੂੰ ਇੱਕ ਸ਼ਰਮ ਦੀ ਗੱਲ ਲੱਗੀ ਕਿ ਮੈਂ ਕੋ ਬੀਜ ਬੋਵਾਂ ਰੱਬ ਦੇ ਘਰ ਦੇ ਵਿੱਚ, ਮੈਂ ਲਾਲਚ ਦੀ ਗੱਲ ਲੱਗੀ। ਖੁਦਾਵੰਦ ਨੇ ਦੇਖਦਾ ਰਿਹਾ, ਟਾਈਮ ਦਿੱਤਾ, ਪਰ ਉਹਨੇ ਚੇਂਜ ਕੀਤਾ ਹੀ ਨਹੀਂ ਆਪਣੇ ਆਪ ਨੂੰ, ਬਦਲਿਆ ਹੀ ਨਹੀਂ ਆਪਣੇ ਆਪ ਨੂੰ। ਔਰ ਇੱਕ ਟਾਈਮ ਜਿਹੜਾ ਇੱਕ ਸੀਗਾ ਨਾ, ਉਹ ਵੀ ਉਹਦੇ ਕੋਲ ਫਿਰ ਲੈ ਲਿਆ ਗਿਆ। ਪਰ ਕਹਿੰਦਾ ਇਹ ਵੀ ਉਹਦੇ ਕੋਲ ਲੈ ਲਾ, ਇਹਦੀ ਚੰਗਾਈ ਲੈ ਲਾ ਵਾਪਸ, ਇਹਦਾ ਛੁਟਕਾਰਾ ਲੈ ਲਾ ਵਾਪਸ। ਇਹਨੇ ਕੋਈ ਕਦਰ ਨਹੀਂ ਕੀਤੀ, ਇਹਦੀ ਇਹ ਬਰਕਤ ਜਿਹੜੀ ਦਿੱਤੀ ਆ ਨਾ, ਇਹਨੂੰ ਇਹ ਵਾਪਸ ਆ ਜਾਂਦੀ ਹੈ। ਔਰ ਇਸੇ ਕਰਕੇ ਕਈ ਚਰਚ ਵਿੱਚ ਆਉਂਦੇ ਹੋਏ ਲੋਕ ਉਹ ਫਿਰ ਉਹਨਾਂ ਬਿਮਾਰੀਆਂ 'ਚ ਫਸ ਜਾਂਦੇ ਆ, ਉਹਨਾਂ ਸਮੱਸਿਆ 'ਚ ਫਸ ਜਾਂਦੇ ਆ। ਆਪਾਂ ਕਹਿੰਦੇ ਯਾਰ ਪਿਛਲੀ ਵਾਰੀ ਤੁਸੀਂ ਇਹੋ ਗਵਾਹੀ ਦਿੱਤੀ ਸੀ, ਇੱਥੋਂ ਹੀ, ਹੁਣ ਕੀ ਹੋ ਗਿਆ? ਹੁਣ ਫਿਰ ਤੁਸੀਂ ਉੱਦਾਂ ਹੀ ਤੁਰੇ ਫਿਰਨੇ, ਫਿਰ ਉੱਥੇ ਲੱਗੀ ਜਾਣੇ, ਹੁਣ ਕੀ ਹੋ ਗਿਆ? ਸੰਭਾਲ ਨਹੀਂ ਸਕੇ। ਕੀ ਹੋਇਆ? ਸੰਭਾਲ ਨਹੀਂ ਸਕੇ। ਬਾਈਬਲ ਵਿੱਚ ਲਿਖਿਆ ਇੱਕ ਔਰਤ ਵਿਭਚਾਰ ਕਰਦੀ ਹੋਈ ਫੜ ਲੈ ਕੇ ਆਏ, ਤੇ ਕਾਨੂੰਨ ਦੀ ਜਿਹੜੀ ਪੁਸਤਕ ਸੀ ਨਾ, ਉਹਦੇ ਵਿੱਚ ਲਿਖਿਆ ਸੀਗਾ, ਜਦੋਂ ਯਿਸੂ ਮਸੀਹ ਧਰਤੀ ਤੇ ਸੀ, ਕਾਨੂੰਨ ਦੀ ਪੁਸਤਕ 'ਚ ਲਿਖਿਆ ਕਿ ਜਦੋਂ ਕੋਈ ਔਰਤ ਪਾਪ ਕਰਦੀ, ਵਿਭਚਾਰ ਕਰਦੀ, ਮੌਕੇ ਤੇ ਫੜੀ ਜਾਵੇ, ਕਾਨੂੰਨ ਸੀ ਵੀ ਉਹਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਏ, ਪੂਰੀ ਪਬਲਿਕ ਸਾਹਮਣੇ, ਤੇ ਪਬਲਿਕ ਹੀ ਪੱਥਰ ਮਾਰੇ। ਇਸ ਕਰਕੇ ਤਾਂ ਕਿ ਦੂਜਿਆਂ ਦੇ ਅੰਦਰ ਡਰ ਪੈਦਾ ਹੋ ਜਾਏ, ਦੂਜੀਆਂ ਔਰਤਾਂ ਕਹਿਣਗੇ ਨਹੀਂ ਯਾਰ ਆਪਾਂ ਨਹੀਂ ਇੱਦਾਂ ਦਾ ਕੰਮ ਕਰਨਾ, ਸਾਡਾ ਵੀ ਨਹੀਂ ਤੇ ਇਹੋ ਹਾਲ ਹੋ। ਹੁਣ ਉਹ ਇਸਰਾਇਲੀ ਲੋਕ ਫੜ ਕੇ ਲੈ ਕੇ ਆਏ ਕਿ ਚਲੋ ਯਿਸੂ ਮਸੀਹ ਕੋਲ ਲੈ ਕੇ ਜਾਂਦੇ, ਤੇ ਯਿਸੂ ਮਸੀਹ ਨੂੰ ਫਸਾਉਂਦੇ ਆ ਕਿ ਯਿਸੂ ਮਸੀਹ ਨੇ ਕਹਿਤਾ ਮਾਰ ਦੋ ਭਾਈ, ਤੇ ਕਹਾਂਗੇ ਕਿ ਫਿਰ ਤੂੰ ਤੇ ਪ੍ਰਭੂ ਆਂਦੇ, ਪ੍ਰਭੂ ਤੂੰ ਬਚਾਇਆ ਨਹੀਂ ਇਹਨੂੰ, ਹੈ ਨਾ। ਤੇ ਜੇ ਪ੍ਰਭੂ ਕਹਿਣਗੇ ਛੱਡ ਦੋ, ਤੇ ਯਿਸੂ ਮਸੀਹ ਫਸ ਜਾਣਗੇ। ਉਹ ਕਹਿਣਗੇ ਪ੍ਰਭੂ ਤੂੰ ਕਾਨੂੰਨ ਦੀ ਉਲੰਘਣਾ ਕੀਤੀ, ਕਾਨੂੰਨ ਤੇ ਕਹਿੰਦਾ ਮਾਰਿਆ ਜਾਏ, ਤੇ ਤੂੰ ਕਾਨੂੰਨ ਦੀ ਉਲੰਘਣਾ, ਸਾਰੀ ਪਬਲਿਕ ਪ੍ਰਭੂ ਦੇ ਖਿਲਾਫ ਹੋ ਜਾਏਗੀ। ਹੁਣ ਉਹ ਲੈ ਕੇ ਆਏ, ਉਹਨੇ ਕਿਹਾ ਕਿ ਪ੍ਰਭੂ ਜੀ ਇਸ ਔਰਤ ਨੂੰ ਅਸੀਂ ਰੰਗੇ ਹੱਥੀਂ ਵਿਭਚਾਰ ਕਰਦਿਆਂ ਫੜਿਆ,
ਤੇ ਕਾਨੂੰਨ ਦੇ ਵਿੱਚ ਲਿਖਿਆ ਕਿ ਇਹਨੂੰ ਐਸੀ ਔਰਤ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਏ। ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ? ਇਰਾਦਾ ਮਾਰਨ ਦਾ ਹੀ ਸੀ, ਉਹਨੂੰ ਬਖਸ਼ਣ ਦਾ ਨਹੀਂ ਸੀਗਾ। ਪਰ ਉਸ ਹਥਿਆਰ ਨੂੰ ਯੂਜ਼ ਕਰਨ ਦੇ ਸੀ ਯਿਸੂ ਮਸੀਹ ਦੇ ਖਿਲਾਫ, ਕਿ ਯਿਸੂ ਮਸੀਹ ਨੂੰ ਫਸਾ ਦਈਏ। ਕਿ ਜੇ ਯਿਸੂ ਮਸੀਹ ਮਾਰਨ ਲਈ ਕਹਿਣਗੇ ਤੇ ਯਿਸੂ ਮਸੀਹ ਕਹਾਂਗੇ ਤੁਸੀਂ ਪ੍ਰਭੂ ਉਹਨੂੰ ਮਰਵਾਤਾ, ਤੁਸੀਂ ਬਚਾ ਹੀ ਨਹੀਂ ਸਕੇ, ਤੁਸੀਂ ਪ੍ਰਭੂ। ਤੇ ਜੇ ਪ੍ਰਭੂ ਕਹਤਾ ਛੱਡ ਦੋ ਤੇ ਫਿਰ ਪ੍ਰਭੂ ਨੂੰ ਕਾਨੂੰਨ ਦੀ ਕਿਤਾਬ 'ਚ ਫਸਾ ਦੇਣਾ ਕਿ ਦੇਖੋ ਜੀ ਦੇਖੋ ਯਿਸੂ ਮਸੀਹ ਨੇ ਕਾਨੂੰਨ ਖਰਾਬ ਕਰਤਾ ਜੀ, ਤੇ ਲੋਕ ਯਿਸੂ ਮਸੀਹ ਦੇ ਖਿਲਾਫ ਹੋਏ ਨੇ। ਉਹਨੇ ਕਿਹਾ ਦੱਸੋ ਪ੍ਰਭੂ ਮਾਰੀਏ? ਯਿਸੂ ਮਸੀਹ ਨੇ ਕਿਹਾ ਮਾਰਨਾ ਚਾਹੁੰਦੇ ਮਾਰੋ, ਪਰ ਸਭ ਤੋਂ ਪਹਿਲਾਂ ਪੱਥਰ ਉਹ ਮਾਰੇ ਜਿਹਨੇ ਕਦੀ ਪਾਪ ਨਹੀਂ ਕੀਤਾ। ਹੁਣ ਬੰਦੇ ਫਸ ਗਏ ਕਿ ਯਾਰ ਪਾਪ ਤੇ ਆਪਾਂ ਵੀ ਕੀਤਾ ਹੀ ਆ। ਹੁਣ ਯਿਸੂ ਮਸੀਹ ਆ, ਰੱਬ ਆ, ਇਹਨੂੰ ਪਤਾ ਵਾ ਕਿ ਕਿਸੇ ਦੀ ਲਾਈਫ 'ਚ ਕੀ ਆ। ਜਿੰਨੇ ਪੱਥਰ ਮਾਰਿਆ ਨੇ, ਰੁਕ ਜਾ ਕਾਕਾ, ਤੂੰ ਪਿਛਲੇ ਦਿਨਾਂ 'ਚ ਇੱਥੇ ਪਾਪ ਕਰ ਰਿਹਾ ਸੀਗਾ, ਚਲੋ ਇਹਨੂੰ ਵੀ ਲਿਆਓ ਪੀੜ 'ਚ ਇੱਥੇ। ਫਿਰ ਹੁਣ ਲੋਕ ਫਸ ਗਏ, ਉਹਨਾਂ ਨੇ ਪੱਥਰ ਸੁੱਟੇ, ਹੌਲੀ ਹੌਲੀ ਸਾਰੇ ਚਲੇ ਗਏ, ਕਿਉਂਕਿ ਸਾਰੇ ਤੇ ਪਾਪ ਕਰਦੇ ਸੀਗੇ, ਪਵਿੱਤਰ ਕੋਈ ਵੀ ਨਹੀਂ ਸੀ ਪੱਥਰ ਮਾਰਨ ਵਾਲਾ। ਉਹ ਤੋਂ ਬਾਅਦ ਯਿਸੂ ਮਸੀਹ ਉੱਠੇ। ਯਿਸੂ ਮਸੀਹ ਨੇ ਕਿਹਾ ਹੇ ਔਰਤ, ਕਿਸੇ ਨੇ ਸਜ਼ਾ ਨਹੀਂ ਤੈਨੂੰ ਦਿੱਤੀ? ਉਹਨੇ ਕਿਹਾ ਪ੍ਰਭੂ ਕਿਸ ਨੇ ਸਜ਼ਾ ਨਹੀਂ ਦਿੱਤੀ? ਉਹਨੇ ਕਿਹਾ ਜਾ, ਮੈਂ ਵੀ ਤੈਨੂੰ ਸਜ਼ਾ ਨਹੀਂ ਦਿੰਦਾ, ਪਰ ਅੱਗੇ ਤੋਂ ਪਾਪ ਨਾ ਕਰੀ, ਅੱਗੇ ਤੋਂ ਪਾਪ ਨਾ ਕਰੀ, ਨਹੀਂ ਤੇ ਫਿਰ ਦੁਬਾਰਾ ਇਹਨਾਂ ਨੇ ਮੇਰੇ ਕੋਲ ਨਹੀਂ ਲੈ ਕੇ ਆਉਣਾ, ਇਹਨਾਂ ਨੇ ਆਪੇ ਤੈਨੂੰ ਸਾਈਡ ਤੇ ਕਰਕੇ ਮਾਰ ਦੇਣਾ ਤੈਨੂੰ। ਜਿਸ ਪਾਪ ਦੀ ਵਜ੍ਹਾ ਨਾਲ ਤੂੰ ਅੱਜ ਮੌਤ ਤੱਕ ਆ ਗਈ ਸੀਗੀ ਔਰ ਇੱਕ ਭਿਆਨਕ ਮੌਤ ਲੈਣ ਵਾਲੀ ਸੀ, ਹੁਣ ਦੁਬਾਰਾ ਉਹ ਕੰਮ ਨਾ ਕਰੀ। ਅੱਜ ਖੁਦਾਵੰਦ ਸਾਨੂੰ ਚੰਗਾਈ ਦਿੰਦਾ, ਆਪਾਂ ਆਪਣੀ ਲਾਈਫ ਨੂੰ ਬਦਲ ਦਿੰਦੇ ਕਿ ਯਾਰ ਐਡੀ ਵੱਡੀ ਬਲਾਮਤ ਚੋਂ ਨਿਕਲਿਆ, ਹੁਣ ਉੱਦਾਂ ਦਾ ਕੰਮ ਨਹੀਂ ਕਰਨਾ। ਹੁਣ ਆਪਾਂ ਪ੍ਰਭੂ ਨੂੰ ਜੀਵਨ ਦੇ ਕੇ ਤੇ ਜਿਹੜੀ ਜ਼ਿੰਦਗੀ ਮਿਲੀ ਜੀਏ ਚੱਜ ਨਾਲ। ਪਰ ਫਿਰ ਉਹੀਓ ਕੰਮ ਇੱਥੇ ਫੇਰ ਖੜੇ ਹੋ ਜਾਣਾ। ਮੈਂ ਕਹਿੰਦਾ ਹਰ ਐਤਵਾਰ ਐਸੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਹਰ ਐਤਵਾਰ ਕਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਤੁਹਾਨੂੰ ਹਰ ਐਤਵਾਰ ਇੱਥੇ ਖਲੋ ਤੇ ਹਰ ਐਤਵਾਰ ਕਿਉਂ ਨਹੀਂ ਆਪਣੀ ਲਾਈਫ ਨੂੰ ਬਦਲਦੇ? ਫਿਰ ਹਰ ਐਤਵਾਰ ਬਲੈਸਿੰਗ ਹੀਲਿੰਗ ਰਿਸੀਵ ਸਾਰਾ ਕੁਝ, ਉੱਤੇ ਵੀ ਤੁਹਾਨੂੰ ਭਰੋਸਾ ਨਹੀਂ ਹੈ ਤੁਹਾਨੂੰ। ਫਿਰ ਤੁਸੀਂ ਇੱਥੇ ਲੱਗੇ ਹੀ ਰਹੋਗੇ ਤੇ ਖਲੋਤੇ ਰਹੋਗੇ, ਚੰਗੇ ਤੁਸੀਂ ਤਦ ਵੀ ਨਹੀਂ ਹੋਣਾ। ਕਿਉਂ? ਕਿਉਂਕਿ ਪ੍ਰਭੂ ਨੇ ਕਿਹਾ ਜਿਹੜੇ ਕੰਮ ਕਰਕੇ ਤੂੰ ਇਸ ਬਲਾਮਤ 'ਚ ਫਸੀ ਆ ਨਾ, ਉਹ ਕੰਮ ਦੁਬਾਰਾ ਨਾ ਕਰੀ। ਪਰ ਅੱਜ ਕੀ ਹੁੰਦਾ ਵਾ ਕਿਸੇ ਨੂੰ ਕੋਈ ਪਤਾ ਨਹੀਂ। ਉਹ ਫੇਰ ਹੋਈ ਚਿੱਕੜ ਗਾੜਾ ਸਾਹਿਬ ਬਾਈਬਲ 'ਚ ਲਿਖਿਆ ਨਾ, ਨਵਾਈ ਹੋਈ ਸੂਰਨੀ ਫਿਰ ਚਿੱਕੜ 'ਚ ਜਾ ਵੜੀ। ਪ੍ਰਭੂ ਕਹਿੰਦਾ ਮੈਂ ਤੈਨੂੰ ਸਾਫ਼ ਕੀਤਾ, ਧੋਤਾ, ਤੈਨੂੰ ਗੰਦਗੀ 'ਚੋਂ ਕੱਢਿਆ, ਬਿਮਾਰੀ 'ਚੋਂ ਕੱਢਿਆ, ਤੈਨੂੰ ਚੰਗੀ ਜ਼ਿੰਦਗੀ ਦਿੱਤੀ, ਤੂੰ ਬਿਮਾਰੀ ਨਾਲ ਤੜਫੜਿਆ ਸੀ, ਤੈਨੂੰ ਸੁੱਖ ਦਿੱਤਾ ਬਿਮਾਰੀ 'ਚੋਂ ਕੱਢ ਕੇ, ਪਰ ਤੂੰ ਫਿਰ ਉਹੀਓ ਚਿੱਕੜ ਵਾਲੇ ਕੰਮ ਕੀਤਾ, ਤੁਹਾਨੂੰ ਫਿਰ ਤੇਰੀ ਲਾਈਫ 'ਚ ਪ੍ਰੋਬਲਮ ਆ ਗਈ। ਕਿਉਂ? ਹੁਣ ਮੈਂ ਕਹਿੰਦਾ ਕਿ ਮੈਂ ਮਿਹਨਤ ਕਰਨ ਜਾਂਦਾ, ਨੀਂਦਰ ਜਾਗਦਾ, ਭੁੱਖ ਜਾਗਦਾ, ਤੇ ਤੇਰੇ ਕਮਰੇ ਦੇ ਵਿੱਚ ਘੁੱਟਨੇ ਟੇਕਦੇ ਪ੍ਰੇਅਰ ਕਰ ਥੱਕ ਜਾਂਦਾ, ਪੂਰੀ ਤਰ੍ਹਾਂ ਥੱਕ ਜਾਂਦਾ ਪੂਰੀ ਤਰ੍ਹਾਂ, ਕਿ ਹੁਣ ਹਿੰਮਤ ਰਹਿ ਹੀ ਨਹੀਂ ਗਈ ਕਿ ਮੈਂ ਪ੍ਰੇਅਰ ਕਰ ਪਾਵਾਂ। ਹੁਣ ਹਿੰਮਤ ਰਹਿ ਨਹੀਂ ਗਈ ਕਿ ਮੈਂ ਪ੍ਰੇਅਰ ਕਰ ਪਾਵਾਂ, ਥੱਕ ਗਿਆ। ਪਰ ਫਿਰ ਵੀ ਅੱਜ ਵੀ ਤੁਸੀਂ ਉਹੀਓ ਚੀਜ਼ਾਂ ਦੇ ਵਿੱਚ ਫਸੇ ਆ, ਉਹੀਓ ਗਰੀਬੀ 'ਚ ਫਸੇ, ਉਹੀਓ ਬਿਮਾਰੀਆਂ 'ਚ, ਉਹੀਓ ਸ਼ਰਾਬਾਂ 'ਚ। ਫਿਰ ਜ਼ਰੂਰਤ ਇਕੱਲੀ ਮੇਰੀ ਪ੍ਰੇਅਰ ਦੀ ਨਹੀਂ, ਜ਼ਰੂਰਤ ਤੁਹਾਡੀ ਲਾਈਫ ਬਦਲਣ ਦੀ ਆ। ਤੁਹਾਨੂੰ ਲਾਈਫ ਨੂੰ ਬਦਲਣਾ ਹੋਊਗਾ। ਕਿੰਨੀ ਪ੍ਰੇਅਰ ਕਰਦੇ ਆ? ਨੋ ਜੀ, ਪ੍ਰੇਅਰ ਕਰਦੇ ਨਹੀਂ। ਫਾਸਟਿੰਗ ਕਰਦੇ ਆ? ਹਾਂਜੀ ਜੀ। ਜਦੋਂ ਤੁਸੀਂ ਜ਼ੋਰ ਜ਼ਿਆਦਾ ਭਰ ਦਿੰਦੇ ਹੋ ਉਦੋਂ ਫਿਰ ਆਪਾਂ ਕਰ ਹੀ ਲਈਦੀ ਆ, ਉੱਦਾਂ ਤੇ ਕਰਦੇ ਨਹੀਂ ਆਪਾਂ। ਜਦੋਂ ਤੁਸੀਂ ਜ਼ਿਆਦਾ ਫਿਰ ਕਹਿ ਦਿੰਦੇ ਆ ਤੇ ਫਿਰ ਸਾਨੂੰ ਹੁੰਦਾ ਕਿ ਯਾਰ ਚਲੋ ਕਰ ਹੀ ਦਿੰਦੇ ਆ। ਓਕੇ, ਕਿੰਨੀ ਕੁ ਪਵਿੱਤਰ ਲਾਈਫ ਵਿੱਚ ਹੈਗੇ ਆ, ਉਦੋਂ ਪਤਾ ਹੀ ਨਹੀਂ ਕਿ ਉਹ ਕੀ ਹੁੰਦੀ, ਕੀ ਆ ਪਵਿੱਤਰ ਲਾਈਫ ਕੀ ਹੁੰਦੀ ਆ, ਸਾਨੂੰ ਪਤਾ ਹੀ ਨਹੀਂ। ਕਿੱਦਾਂ ਫਿਰ ਚੰਗਾਈ ਦਾ ਮਸਾ ਠਹਿਰੇਗਾ? ਕਿੱਦਾਂ ਬੰਧਨ ਟੁੱਟਣਗੇ? ਬੋਨ ਦੇ ਵਿੱਚ ਕਿੰਨੇ ਵਫਾਦਾਰ ਆ?